ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ। ਪੰਜਾਬ ਦੀ ਸਿਆਸਤ ਵਿੱਚ ਬਦਲਾਅ ਆ ਰਿਹਾ, ਕਿਵੇਂ ਆ ਰਿਹਾ, ਵਿਰੋਧੀ ਇਕੱਠੇ ਹੋ ਰਹੇ ਆ ਤੇ ਉਹ ਵਿਰੋਧੀ ਜਿਹੜੇ ਇੱਕ ਦੂਜੇ ਨੂੰ ਵੇਖ ਨਹੀਂ ਸਿਖਾਉਂਦੇ ਸੀ ਉਹ ਜੱਫੀਆਂ ਪਾ ਰਹੇ ਆ ਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਜਿਹੜੇ ਮੰਚ ਤੇ ਇਕੱਠੀਆਂ ਹੋਈਆਂ ਉਹ ਪੰਜਾਬ ਦੀ ਸੱਤਾ ਧਿਰ ਨੂੰ ਬਹੁਤ ਰੜਕੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਹੁਤ ਕੁਝ ਕਹਿ ਦਿੱਤਾ। ਉਹ ਜੋ ਕੁਝ ਕਿਹਾ मैं वो बयान भी नहीं कर सकता तो जो विरोधियों ने कहा सीगा वो भी बयान नहीं किया जा सकता। तुसीं खुद सुन लियो। पर साडा सवाल यही होवेगा एक किहो जिहा बदला ने कहा सारे जानवर नदी दी घाट दे इक्को थावें इक्को किनारे ते इकट्ठे होके पानी पीण लग जाण मेरा मतलब परले पासे शेर खड़ा है। शेर कौन है? शेर 3.5 करोड़ जनता है पंजाब दी। वो खड़े ने पूरे भगवंत मान हरा ने की कुछ किया 1 2 3 4 5 ਕਿਹੜੀ ਪਿੱਚ ਤੇ ਖੜੇ ਭਗਵੰਤ ਮਾਨ ਤੁਸੀਂ ਖੁਦ ਸੁਣ ਲਵੋ। ਜਿਹੜਾ ਜਿਹਦੀ ਸੋਚ ਨਹੀਂ ਹੈਗੀ ਬੰਦ ਕਰਨ ਵਾਲੀ ਨਵਜੋਤ ਸਿੱਧੂ ਵਿਆਹਾਂ ਸ਼ਾਦੀਆਂ 'ਚ ਲੈਣ ਦੇਣ ਵਾਲੇ ਸੂਟ ਵਰਗਾ ਉਹ ਨਾ ਉਹਨੂੰ ਕੋਈ ਖੋਲੇ ਨਾ ਸਮਾਵੇ ਐਂ ਤਾਂ ਗਾਹਾਂ ਦੀ ਗਾਹਾਂ ਭੇਜੀ ਜਾਂਦੇ ਰਹਿੰਦੇ ਉਹਨੂੰ। ਕਾਂਗਰਸ ਨੇ ਖੋਲ ਲਿਆ ਹੁਣ ਲਿਫਾਫੇ 'ਚ ਨਹੀਂ ਪੈਂਦਾ ਉਹ। ਭਗਵੰਤ ਮਾਨ ਨੇ ਬਦਲਾਅ ਲਿਆਉਣਾ ਸੀ। 1.25 ਸਾਲ ਹੋ ਗਿਆ। ਭਗਵੰਤ ਮਾਨ ਨਾਲ ਕੀ ਬਦਲਾ ਲਿਆਂਦਾ ਹੈ? ਸਿਰਫ ਪਤਨੀ ਬਦਲੀ ਹੈ ਆ ਕਿਹਾ ਸੀ ਨਾ। ਤੇ ਮੈਂ ਸਿੱਧੂ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ, ਯਾਦਦਾਸ਼ਤ ਕਮਜ਼ੋਰ ਹੋਣੀ, ਤੁਸੀਂ ਵੀ ਦੂਜੀ ਪਤਨੀ ਦੀ ਬੇਟੇ ਹੋ। ਜਿਹਨੂੰ ਸੁਣਾ ਰਿਹਾ ਸੀ, ਜਿਹਦੇ ਨਾਲ ਹਮਦਰਦੀ ਕਰਨ ਗਿਆ ਸੀ, ਉਹ ਬੈਠਾ ਸੀ ਹਮਦਰਦ। ਉਹਦੇ ਬਾਪੂ ਦੇ ਵੀ 2 ਨੇ। ਆਪਦੀ ਸਟੈਨੋ ਨਾਲ ਹੀ ਵਿਆਹ ਕਰਾ ਲਿਆ ਸੀ। ਕਿ ਪਤਾ ਨਹੀਂ ਯਾਰ ਉੱਥੇ ਕਿਹੋ ਜਿਹਾ ਮਟੀਰੀਅਲ ਆ ਗਿਆ ਜਿਹੜੇ ਪਿੰਡਾਂ ਦੇ ਸਰਪੰਚ ਨਹੀਂ ਬਣ ਸਕਦੇ ਉਹ ਆ ਗਏ। ਭਾਈ ਲੋਕਾਂ ਨੇ ਭੇਜਿਆ, ਸਾਡਾ ਕੀ ਕਸੂਰ ਹੈ ਜੇ ਤੁਸੀਂ ਹਰਾਤੇ। ਕਹਿੰਦੇ ਹਰੇਕ ਮਹੀਨੇ 'ਚ 2 ਇਹਨਾਂ ਦੇ ਵਿਆਹ ਹੁੰਦੇ ਨੇ। ਉਹ ਭਾਈ ਸਾਡੇ ਮੁੰਡੇ ਕੁੜੀਆਂ 26 27 27 28 ਸਾਲ ਦੇ ਜੰਗ ਮੁੰਡੇ ਕੁੜੀਆਂ ਜਿਤਾਤੇ ਵਿਆਹ ਹੋਣਗੇ ਬਈ। ਨਾਲੇ ਜਦੋਂ ਸੱਤਾ 'ਚ ਆ ਗਏ ਅਗਲਾ ਕਹਿੰਦਾ ਚਲੋ ਵੀ ਵਿਆਹ ਕਰ ਲਈਏ। ਹੁਣ ਜੇ ਰਾਹੁਲ ਗਾਂਧੀ ਦਾ ਨਹੀਂ ਹੁੰਦਾ ਸਾਡਾ ਕੀ ਕਸੂਰ ਹੈ 'ਚ। ਉਹ ਸਿਆਣਿਆਂ ਨੇ ਕਿਹਾ ਜਦੋਂ ਬਾਂਦਰ ਲੂੰਬੜ ਗਿੱਦੜ ਸਾਰੇ ਜਾਨਵਰ ਨਦੀ ਦੀ ਘਾਟ ਦੇ ਇੱਕੋ ਥਾਵੇਂ ਇੱਕੋ ਕਿਨਾਰੇ ਤੇ ਇਕੱਠੇ ਹੋ ਕੇ ਪਾਣੀ ਪੀਣ ਲੱਗ ਜਾਣ ਨਾ ਇਹਦਾ ਮਤਲਬ ਪਰਲੇ ਪਾਸੇ ਸ਼ੇਰ ਖੜਾ ਹੈ। ਸ਼ੇਰ ਕੌਣ ਹੈ? ਸ਼ੇਰ 3.5 ਕਰੋੜ ਜਨਤਾ ਹੈ ਪੰਜਾਬ ਦੀ। ਵੱਡਾ ਸਵਾਲ ਅਸੀਂ ਪੁੱਛਾਂਗੇ ਪੰਜਾਬ ਦੀ ਪੋਲਿਟਿਕਸ ਅੱਜ ਕੱਲ ਕਿਹੜੀ ਪਿੱਚ ਤੇ ਖੇਡ ਰਹੀ ਹੈ। ਇਸੇ ਸਵਾਲ ਤੇ ਬਹਿਸ ਹੋ ਗਈ। ਜਿਹੜਾ ਪਹਿਲਾਂ ਸਾਡੇ ਨਾਲ ਹੈ ਤਾਰੁਫ ਕਰਾਣੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਏਗੀ। ਬਿਕਰਮਜੀਤ ਪਾਸੀ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, हरप्रीत सिंह खडियाल कांग्रेस स्पोक्सपर्सन है, KS मठाड़ू श्रोमणी अकाली दल स्पोक्सपर्सन है, लोकेश नारंग भारतीय जनता पार्टी स्पोक्सपर्सन है। 4 ही वकील ने तो इन्हों पता है कि उलंघना की होंगी है, मर्यादा की होंगी है, पर पता नहीं है मर्यादा रख सकणगे इस डिबेट में कि नहीं, मैनूं नहीं पता गा। क्योंकि जिहो जी पंजाब दे विच सियासी हवा चलती पई है, जिहड़ी पिच ते सियासत खेडदी पई है, मैनूं बड़ा अजीब लगता पिया कि मैं अज इस मुद्दे ते प्रोग्राम करदा पिया जिहदे विच मुद्दा ही है नहीं गा। बिकरी पासी भगवंत मान हरी इन्नी गर्मी खाई बैठे है कि उन्होंने यहो जी बयानबाजी करती जी पंजाब की सियासत में पहुँचा लिया था। पासी साहब ये तुहानूं लगता है कि मर्यादा की उलंघना दोनों पासे हो रही है? पासी साहब सत श्री अकाल KP जी सारिਆਂ ਨੂੰ सत श्री अकाल। देखो मर्यादा की उलंघना भगवंत मान जी ने नहीं की। मर्यादा की उलंघना विरोधी धਿਰਾਂ ने लगातार बड़ी गलत कमेंटिंग करके की है। ਤੁਸੀਂ ਦੇਖਿਆ ਹੋਣਾ ਪਹਿਲਾਂ ਵੀ ਇਹ ਵਿਰੋਧੀ ਧਿਰਾਂ ਜਦੋਂ ਇੱਕ ਵਾਰੀ ਅਸੈਂਬਲੀ ਦੇ ਵਿੱਚ ਵੀ ਨਵਜੋਤ ਸਿੱਧੂ ਜੀ ਔਰ ਮਜੀਠੀਆ ਸਾਹਿਬ ਇੱਕ ਦੂਜੇ ਨੂੰ ਪਤਾ ਨਹੀਂ ਕੀ ਕੁਝ ਚੋਰ ਤਸ਼ਕਰ ਕਿਆ ਕੁਝ ਕਹਿੰਦੇ ਰਹੇ। ਉਸ ਤੋਂ ਇਲਾਵਾ ਓਪਨਲੀ ਵੀ ਬਹੁਤ ਕੁਝ ਗਲਤ ਬੋਲਦੇ ਰਹੇ। ਉਸ ਤੋਂ ਇਲਾਵਾ ਹੁਣ ਤਾਂ ਇਹਨਾਂ ਨੇ ਜਦੋਂ ਕੁਝ ਦੇਖਿਆ ਕਿ ਜਲੰਧਰ ਹਾਰਨ ਤੋਂ ਬਾਅਦ ਇਹਨਾਂ ਦਾ ਫਰਸਟ੍ਰੇਸ਼ਨ ਲੈਵਲ ਇਸ ਲੈਵਲ ਤੱਕ ਚਲਾ ਗਿਆ ਕਿ ਤੁਸੀਂ ਕੀ ਕਹਿ ਰਹੇ ਹੋ ਕਿ ਭਗਵੰਤ ਮਾਨ ਜੀ ਨੇ ਦੂਜਾ ਵਿਆਹ ਕਰਾ ਲਿਆ। ਤੁਸੀਂ ਕੀ ਕਹਿ ਰਹੇ ਹੋ ਪ੍ਰਤਾਪ ਬਾਜਵਾ ਜੀ ਜੋ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹੈ ਉਹ ਕੀ ਕਹਿ ਰਹੇ ਆ ਕਿ ਕਿਹੋ ਜਿਹੇ ਲੋਕ ਆ ਕੇ ਸਾਡੇ ਸਾਹਮਣੇ ਬੈਠ ਕੇ ਕਿਆ ਗੱਲ ਅਸੈਂਬਲੀ ਦੇ ਵਿੱਚ ਆਮ ਲੋਕਾਂ ਜਿੱਤ ਕੇ ਜਾ ਨਹੀਂ ਸਕਦੇ? ਕਿਆ ਇਹ ਆਮ ਲੋਕਾਂ ਨੇ ਜਿਨ੍ਹਾਂ ਨੂੰ ਚੁਣਿਆ ਉਹਨਾਂ ਦਾ ਅਪਮਾਨ ਨਹੀਂ ਲੋਕਾਂ ਦਾ? ਔਰ ਫਿਰ ਕੀ ਕਹਿ ਰਹੇ ਹੋ ਇੱਕ ਮੋਬਾਈਲ ਚਾਰਜ ਕਰਨ ਵਾਲਾ ਰੀਚਾਰਜ ਕਰਨ ਵਾਲਾ ਆ ਗਿਆ। ਕਿਉਂ ਭਾਈ? ਤੁਸੀਂ ਅਗਰ ਅਮੀਰ ਹੋ, ਤੁਸੀਂ ਅਗਰ ਵੱਡੇ ਹੋ, ਤੁਹਾਡੀ ਅਗਰ ਕਿਆ ਜੱਦੀ ਪੁਸ਼ਤੀ ਰਾਜ ਲਿਖਿਆ ਹੋ ਗਿਆ, ਫਿਰ ਤੁਸੀਂ ਕੀ ਕਹਿ ਰਹੇ ਹੋ ਕਿ ਦੇਖੋ ਜੀ ਇਹ ਦੇਖਣ 'ਚ ਨਹੀਂ CM ਲੱਗਦਾ। ਕਿਉਂ ਭਾਈ? ਕਿਆ ਗੱਲ ਤੁਸੀਂ ਜੌਨ ਇਬਰਾਹੀਮ ਜਾਂ ਅਕਸ਼ੇ ਕੁਮਾਰ ਵਰਗੇ ਲੱਗਦੇ ਹੋ?
ਕੀ ਗੱਲਾਂ, ਮਤਲਬ ਤੁਸੀਂ ਦੇਖੋ ਤਾਂ ਸਹੀ ਕਿ ਵਿਰੋਧੀ ਧਿਰਾਂ ਨੇ ਕਿਦਾਂ ਦਾ, ਫਿਰ ਉਹਦਾ ਜਵਾਬ ਭਗਵੰਤ ਮਾਨ ਜੀ ਨੇ ਦਿੱਤਾ ਹੈ। ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕੇਪੀ ਜੀ ਕਿ ਲੋਕ ਫੋਲੋ ਕਰਦੇ ਆ ਆਪਣੀ ਲੀਡਰਸ਼ਿਪ ਨੂੰ। ਵਿਰੋਧੀ ਧਿਰਾਂ ਨੇ ਅਗਰ ਸਰਕਾਰ ਦੀਆਂ ਕੋਈ ਨਾਕਾਮੀ ਹੈ, ਕੋਈ ਕਮੀ ਹੈ, ਉਹਦੇ ਉੱਤੇ ਕਿੰਤੂ ਪਰੰਤੂ ਕਰੋ। ਇਦਾਂ ਪਰਸਨਲ ਅਟੈਕ ਕਿਸੇ ਦੇ ਪਰਿਵਾਰ ਤੇ, ਕਿਸੇ ਦੇ ਸਰੀਰ ਤੇ, ਕਿਸੇ ਦੀ ਆਰਥਿਕਤਾ ਤੇ। ਪਾਸੀ ਸਾਹਿਬ ਮੈਂ ਇਹੀ ਗੱਲ ਕਹਿਣਾ ਚਾਹ ਰਿਹਾ, ਇਹ ਡੈਫੇਮੇਟਰੀ ਹੈ। ਇਹਨੂੰ ਤੁਸੀਂ ਡੈਫਾਮੇਟਰੀ ਵੀ ਕਹਿ ਸਕਦੇ ਹੋ, ਇਹਨੂੰ ਤੁਸੀਂ ਅਮਰਿਆਦਿਤ ਵੀ ਕਹਿ ਸਕਦੇ ਹੋ, ਇਹਨੂੰ ਤੁਸੀਂ ਇਮੋਰਲ ਵੀ ਕਹਿ ਸਕਦੇ ਹੋ ਕਿ ਤੁਸੀਂ ਇੱਕ ਗਰੀਬ ਹੈ, ਅਗਰ ਕੋਈ ਮੋਬਾਈਲ ਰੀਚਾਰਜ ਕਰਨ ਵਾਲਾ ਹੈ, ਕਿਆ ਅਗਰ ਉਹਨੂੰ ਲੋਕਾਂ ਨੇ ਚੁਣਿਆ ਤਾਂ ਗੁਨਾਹ ਕਰਤਾ? ਕਿਆ ਇਹ ਲੋਕਾਂ ਦੇ ਨਾਲ ਤੁਸੀਂ ਕੀ ਗੱਲਾਂ ਕਰਨਾ ਚਾਹ ਰਹੇ ਹੋ? ਪਾਸੀ ਸਾਹਿਬ ਜੋ ਆਪੋਜੀਸ਼ਨ ਨੇ ਕਿਹਾ ਡੈਫੇਮੇਟਰੀ, ਤੁਸੀਂ ਉਹਨੂੰ ਕਹਿ ਰਹੇ ਹੋ ਡੈਰੋਗੇਟਰੀ, ਵੀ ਜੋ ਸ਼ਬਦ ਵਰਤਣਾ ਤਾਂ ਵਰਤ ਲਓ ਸਰ। ਜੋ ਸੀਐਮ ਸਾਹਿਬ ਨੇ ਕਿਹਾ ਸਰ ਉਹ ਡੈਫੇਮੇਟਰੀ ਨਹੀਂ। ਸੀਐਮ ਸਾਹਿਬ ਨੇ ਸਿਰਫ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਿਹੜੀ ਇਹ ਗੱਲ ਕੀਤੀ ਹੈ ਇਹ ਤੁਸੀਂ ਕਦੇ ਆਪਣੇ ਉੱਤੇ ਸੋਚੀ ਹੈ, ਆਪਣੇ ਉੱਤੇ ਲਾ ਕੇ ਦੇਖੀ ਹੈ? ਸੀਐਮ ਸਾਹਿਬ ਨੇ ਉਹਨੂੰ ਸਿਰਫ ਐਕਸਪਲੇਨ ਕੀਤਾ ਕਿ ਇਦਾਂ ਦਾ ਤੁਹਾਨੂੰ ਨਹੀਂ ਕਹਿਣਾ ਚਾਹੀਦਾ ਕਿਉਂਕਿ ਤੁਸੀਂ ਖੁਦ ਸੋਚੋ। ਸੀਐਮ ਸਾਹਿਬ ਨੇ ਕਿਤੇ ਵੀ ਅੱਜ ਤੱਕ, ਮੈਂ ਦੇਖੋ ਰਾਜਨੀਤਿਕ ਕਟਾਕਸ਼ ਉਹਨਾਂ ਨੇ ਕੀਤੇ ਆ, ਰਾਜਨੀਤਿਕ ਕਮੈਂਟਸ ਕੀਤੇ ਆ, ਉਹਨਾਂ ਨੇ ਆਪਣੀ ਕਮੇਡੀ ਦੇ ਜ਼ਰੀਏ ਵੀ ਜਿਹੜਾ ਸਮਾਜਿਕ ਮੁੱਦਿਆਂ ਨੂੰ ਚੁੱਕਿਆ। ਪਰ ਜਿਹੜੀ ਇਹ ਲੈਂਗੁਏਜਿਸ ਹੈ ਕਿ ਜੀ ਵਿਆਹ ਕਰਾਉਣ ਦੀ, ਆ ਤਾਂ ਵਿਆਹ ਕਰਾਈ ਜਾ ਰਹੇ ਹੈ, ਚਲੋ ਕਿਆ ਗੁਨਾਹ ਹੈ? ਮੈਂ ਆ ਰਿਹਾ ਅਰਸ਼ਪ੍ਰੀਤ ਸਿੰਘ ਖੜਿਆਲ, ਸਾਡੀ ਸਿਆਸਤ ਦਾ ਪੱਧਰ ਇੰਨਾ ਨੀਵਾਂ ਹੋ ਗਿਆ ਕਿ ਅਸੀਂ ਵਿਆਹ ਦੇ ਬਾਰੇ ਗੱਲਾਂ ਕਰਨ ਲੱਗ ਪਏ ਆ, ਪਰਿਵਾਰ ਦੇ ਮੁੱਦੇ ਆ ਜਿਹੜੇ ਉਹ ਲੈ ਕੇ ਆਉਣ ਲੱਗ ਪਏ ਆ ਸਿਆਸਤ ਦੇ ਵਿੱਚ। ਮੈਨੂੰ ਬੜਾ ਅਜੀਬ ਲੱਗਦਾ ਪਿਆ ਕਿ ਮੈਂ ਸਵਾਲ ਕਰਾਂ ਤਾਂ ਕਰਾਂ ਕਿਹੋ ਜਿਹਾ ਕਰਾਂ। ਮਿਸਟਰ ਖੜਿਆਲ, ਸਵਾਲ ਦਰਅਸਲ ਬਣਦਾ ਸਰਕਾਰ ਨੂੰ ਕੇਪੀ ਜੀ। ਇੱਕ ਸਰਕਾਰ ਜੋ ਇਹ ਭੁੱਲ ਚੁੱਕੀ ਹੈ ਕਿ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਤੇ ਗਵਰਨਮੈਂਟ ਸਰਕਾਰ ਦੇ ਵਿੱਚ ਬੜਾ ਵੱਡਾ ਫਰਕ ਹੁੰਦਾ ਹੈ। ਜਦੋਂ ਤੁਸੀਂ ਮੁੱਖ ਮੰਤਰੀ ਹੋ, ਤੁਸੀਂ ਪੰਜਾਬ ਦੇ ਰਿਪਰੈਜ਼ੈਂਟੇਟਿਵ ਹੋ, ਤੁਸੀਂ ਪੰਜਾਬ ਦੀ ਆਵਾਜ਼ ਹੋ 3 ਕਰੋੜ ਲੋਕਾਂ ਦੀ। ਸਾਡਾ ਟ੍ਰੈਡੀਸ਼ਨ ਕੀ ਹੈ, ਸਾਡਾ ਕਲਚਰ ਕੀ ਹੈ, ਇਹ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਕਨਸਟੀਟਿਊਸ਼ਨਲ ਪੋਸਟ ਤੇ ਬਹਿ ਕੇ। ਤੇ ਜਦੋਂ ਇੱਕ ਸੀਐਮ ਸਾਹਿਬ ਇਹ ਜੇ ਬਿਆਨ ਦੇ ਦਿੰਦੇ ਹੈ ਤੇ ਮੈਨੂੰ ਲੱਗਦਾ ਬਹੁਤ ਅਨਫੋਰਚੂਨੇਟ ਤੇ ਬਹੁਤ ਮੰਦਭਾਗੀ ਗੱਲ ਹੈ ਤੇ ਆਮ ਆਦਮੀ ਪਾਰਟੀ ਨੂੰ ਇਹਦੀ ਮਾਫੀ ਮੰਗਣੀ ਚਾਹੀਦੀ ਹੈ। ਨਹੀਂ ਜੋ ਕਹਿੰਦੇ, ਇੱਕ ਮਿੰਟ ਖੜਿਆਲ ਸਾਹਿਬ ਮੈਂ ਉਹੀ ਗੱਲ ਕਰ ਰਿਹਾ। ਖੜਿਆਲ ਸਾਹਿਬ ਤੁਹਾਨੂੰ ਪੂਰਾ ਟਾਈਮ ਮਿਲੂਗਾ। ਖੜਿਆਲ ਸਾਹਿਬ ਪੂਰਾ ਟਾਈਮ, ਜੋ ਸਿੱਧੂ ਸਾਹਿਬ ਨੇ ਕਿਹਾ ਬਦਲਾ ਆ ਰਹੇ ਦੋ ਰੌਂਗਸ। ਪਹਿਲੀ ਗੱਲ ਡੋਂਟ ਮੇਕ ਵਨ ਰਾਈਟ। ਦੂਜੀ ਗੱਲ ਸਿੱਧੂ ਸਾਹਿਬ ਨਾ ਤਾਂ ਉਹ ਸੀਐਮ ਨੇ, ਨਾ ਉਹ ਐਮਪੀ ਨੇ, ਨਾ ਉਹ ਐਮਐਲਏ ਨੇ, ਭਗਵੰਤ ਮਾਨ ਸਾਹਿਬ ਸਾਡੇ ਰਿਪਰੈਜ਼ੈਂਟੇਟਿਵ ਨੇ। ਬੜਾ ਵੱਡਾ ਅੰਤਰ ਹੈ ਇਹਦੇ ਵਿੱਚ। ਦੂਜੀ ਗੱਲ ਸੀਐਮ ਸਾਹਿਬ ਦਾ ਧੰਨਵਾਦ ਹੱਥ ਜੋੜ ਕੇ ਕਿ ਉਹਨਾਂ ਨੇ ਅਜੀਤ ਦੇ ਪਲੇਟਫਾਰਮ ਤੇ ਸਾਰੀ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋਈਆਂ, ਐਡੇ ਵੱਡੇ ਲੜਾਈਆਂ ਵਾਲੀਆਂ ਇਸ਼ੂਜ਼ ਵਾਲੀਆਂ ਪਾਰਟੀ ਸਾਰਾ ਕੁਝ ਪਰੇ ਕਰਕੇ, ਮਤਭੇਦ ਪਰੇ ਕਰਕੇ ਕੌਜ਼ ਪਿੱਛੇ ਆਈਆਂ ਤੇ ਤੁਸੀਂ ਐਡਰੈਸ ਕੀਤੇ ਪਰਸਨਲ ਕਮੈਂਟਸ, ਬਿਆਨ ਦਿੱਤੇ ਪਰਸਨਲ ਕਮੈਂਟਸ। ਜਿਹੜਾ ਮੁੱਦਾ ਸੀਗਾ ਉਹ ਤੁਸੀਂ ਆਪ ਨਹੀਂ ਐਡਰੈਸ ਕਰਨਾ ਚਾਹੁੰਦੇ, ਜਿਹਦੇ ਕਰਕੇ ਉੱਥੇ ਸਾਰੇ ਇਕੱਠੇ ਹੋਏ ਸੀਗੇ। ਮੀਡੀਆ ਦਾ ਆਮ ਟਵਿਸਟਿੰਗ ਜਿਹੜੀ ਹੋ ਰਹੀ ਹੈ, ਬਾਂਹ ਕਮਾਈ ਜਾ ਰਹੀ ਹੈ ਸਰਕਾਰ ਦੁਆਰਾ, ਸਪਰੈਸ ਕੀਤਾ ਜਾ ਰਿਹਾ ਹੈ, ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਬਦਲਿਆ ਜਾ ਰਿਹਾ ਹੈ। ਸਾਰੇ ਉਹਦੇ ਲਈ ਇਕੱਠੇ ਹੋਏ ਸੀ ਲੇਕਿਨ ਉਹਤੇ ਇੱਕ ਜਵਾਬ ਨਹੀਂ ਇਹਨਾਂ ਨੇ ਦਿੱਤਾ। ਮੈਂ ਤਾਂ ਇੱਕ ਗੱਲ ਕਹੂੰਗਾ, ਨਹੀਂ ਸੀਐਮ ਨੂੰ ਮਜਨੂ ਕਹਿਣਾ ਠੀਕ ਹੈ ਸਰ? ਖੜਿਆਲ ਸੌਰੀ, ਸੀਐਮ ਨੂੰ ਮਜਨੂ ਕਹਿਣਾ ਠੀਕ ਹੈ? ਸੀਐਮ ਸਾਹਿਬ ਦੀ ਮੈਂ ਤੁਹਾਨੂੰ ਆਲਰੇਡੀ ਇਹਦਾ ਜਵਾਬ ਦੇਤਾ ਕਿ 2 wrongs will never make one right। ਦੂਜੀ ਗੱਲ, ਤੁਸੀਂ ਇਹ ਗੱਲ ਮੰਨਦੇ ਹੋ ਸਿੱਧੂ ਸਾਹਿਬ ਨੇ ਗਲਤ ਕਿਹਾ? ਤੁਸੀਂ ਗੱਲ ਮੰਨਦੇ ਹੋ ਸਿੱਧੂ ਸਾਹਿਬ ਨੇ ਗਲਤ ਕਿਹਾ? ਤਾਂ ਫਿਰ ਮੈਨੂੰ ਟਾਈਮ ਨਹੀਂ ਖੜਿਆਲ ਸਾਹਿਬ, ਫਿਰ ਤੁਸੀਂ ਕਹਿ ਰਹੇ 2 wrongs ਮੈਨੂੰ ਦੱਸ ਰਹੇ ਜਵਾਬ ਦੇ ਰਹੇ। ਸਿੱਧੂ ਸਾਹਿਬ ਮੈਂ ਤੁਹਾਨੂੰ ਦੱਸਿਆ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਨੇ, ਇੱਕ ਪਾਰਟੀ ਹੈ, ਇੱਕ ਇੰਡੀਵਿਜੂਅਲ ਹੈ, ਦੂਜੇ ਪਾਸੇ ਸੀਐਮ ਹੈ। ਇਹਨਾਂ ਦਾ ਕੰਪੈਰੀਜ਼ਨ ਨਹੀਂ ਹੈ। ਜਦੋਂ ਸੀਐਮ ਸਾਹਿਬ ਬੋਲਦੇ ਹੋ, ਪੰਜਾਬ ਨੇ ਮਾਊਥ ਪੀਸ ਹੈ, ਪੰਜਾਬ ਦੀ ਆਵਾਜ਼ ਹੈ, ਪੰਜਾਬ ਦਾ ਫੇਸ ਹੈ। ਪੂਰਾ ਦੇਸ਼ ਦੇਖ ਰਿਹਾ ਹੈ, ਪੂਰੀ ਦੁਨੀਆ ਦੇਖ ਰਹੀ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਆ ਬਿਆਨ ਦੇ ਰਿਹਾ। ਮੈਨੂੰ 30 ਸੈਕਿੰਡ ਦਿਓ ਬਸ। ਦੂਜੀ ਗੱਲ ਇਹ ਹੈ, ਭਗਵੰਤ ਮਾਨ ਸਾਹਿਬ ਨੇ ਆਪਦੇ ਆਪ ਨੂੰ ਕੰਟਰਡਿਕਟ ਕਰ ਲਿਆ। ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡ ਅੱਜ ਸਭ ਦੇ ਸਾਹਮਣੇ ਆਏ। ਉਹੀ ਸਿੱਧੂ ਸਾਹਿਬ ਦੇ ਭਗਵੰਤ ਮਾਨ ਸਾਹਿਬ ਪੈਰੀ ਹੱਥ ਲਾਉਂਦੇ ਰਹੇ, ਆਸ਼ੀਰਵਾਦ ਲੈਂਦੇ ਰਹੇ ਹੈ। ਦੂਜੀ ਗੱਲ, ਉਹ ਭਗਵੰਤ ਮਾਨ ਸਾਹਿਬ ਸੀ ਜਿਨ੍ਹਾਂ ਨੇ ਕਿਹਾ ਸੀਗਾ ਕਿ ਮੈਂ ਨਵਜੋਤ ਸਿੱਧੂ ਸਾਹਿਬ ਦਾ ਬਹੁਤ ਵੱਡਾ ਫੈਨ ਹੈ, ਰਹੂੰਗਾ। ਇਹ ਮੇਰੇ ਜੱਜ ਹੁੰਦੇ ਸੀਗੇ, ਇਹ ਡੈਮ ਓਨੈਸਟ ਪਰਸਨ ਨੇ ਤੇ ਜੇ ਪਾਰਟੀ ਚ ਆਉਣਗੇ ਤੇ ਮੈਂ ਇਹਨਾਂ ਦਾ ਵੈਲਕਮ ਕਰੂੰਗਾ। ਹੋਰ ਬਹੁਤ ਚੰਗੀਆਂ ਚੀਜ਼ਾਂ ਕੀਆਂ। ਆ 10 ਸੈਕਿੰਡ ਦੇਖਿਓ, ਆ ਜ਼ਰਾ ਜਨਤਾ ਨੂੰ ਦਿਖਾ ਦਿਓ। ਕੋਈ ਉਤੇ ਦਾਗ ਨਹੀਂ। ਜੇ ਨਵਜੋਤ ਜੀ ਸਾਡੇ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਮੈਂ ਵੈਲਕਮ ਕਰਾਂ। ਕ੍ਰਿਕਟ ਦੇ ਵਿੱਚ ਵੀ ਮੈਂ ਤਾਂ ਉਹਦਾ ਫੈਨ। ਜਦੋਂ ਨਵਜੋਤ ਸਿੰਘ ਸਿੱਧੂ ਸ਼੍ਰੀਕਾਂਤ ਨਾਲ ਓਪਨਿੰਗ ਕਰਨ ਆਉਂਦਾ ਸੀ, ਜਦੋਂ ਉਹ ਆਊਟ ਹੋ ਜਾਂਦੀ ਸੀ, ਮੈਂ ਟੀਵੀ ਬੰਦ ਕਰ ਦਿੰਦਾ ਸੀ ਵੀ ਚਲੋ ਆਪਣਾ ਬੰਦਾ ਤਾਂ ਆਊਟ ਹੋ ਗਿਆ, ਹੁਣ ਛੱਡੋ ਪਰੇ ਕੀ ਮੈਚ ਦੇਖਾਂਗੇ ਹੁਣ। ਸੋ ਮੈਂ ਤਾਂ ਅੱਜ ਵੀ ਉਹਦਾ ਡੈਮ ਓਨੈਸਟ
ਪਰਸਨ ਹੈ। ਚਲੋ ਮੈਂ ਅੱਜ ਚਲੋ ਵੀ ਖੜਿਆਲ ਜੀ, ਸਾਹਿਬ last ਇੱਕ ਮਿੰਟ ਸੁਣ ਤਾਂ ਲਓ ਨਾ। ਜੋ ਭਗਵੰਤ ਮਾਨ ਨੇ ਕਿਹਾ ਸਿੱਧੂ ਸਾਹਿਬ ਆਨੈਸਟ ਨੇ ਵੈਲਕਮ ਕਰਾਂਗੇ, ਉਹ ਸਾਰੀ ਜਦੋਂ ਚੋਣਾਂ ਹੋਣੀਆਂ ਸੀ ਉਸ ਵੇਲੇ ਦੀ ਗੱਲਾਂ ਹੈਗੀਆਂ ਸਾਰੀਆਂ, ਜੇ ਤੁਸੀਂ ਖੜਿਆਲ ਸਾਹਿਬ ਤੇ ਸਿੱਧੂ ਸਾਹਿਬ ਕੀ ਕਹਿ ਰਹੇ ਆ, GTU ਕ੍ਰਿਕਟ ਵਿੱਚ ਇੱਕ ਟਰਮ ਹੁੰਦੀ ਹੈ, ਗਿਰਿਆ ਤਾਂ ਵੀ ਟੰਗ ਉੱਤੇ। ਆਪਾਂ ਕਿਹੜੀ ਸਿਆਸਤ ਕਰਦੇ ਪਏ ਸਰ? ਮੇਰੇ ਕੋਲ ਲਿਖਿਆ ਪਿਆ ਖੜਿਆਲ ਸਾਹਿਬ ਸਾਰਾ ਇਹ। ਮੈਂ ਹੈਰਾਨ ਹੈ ਕਿ ਜੋ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ, ਜੋ ਸਿੱਧੂ ਸਾਹਿਬ ਕਹਿ ਰਹੇ ਆ, ਨਹੀਂ ਹੈਗੇ ਡੈਫਾਮੇਟਰੀ ਹੈ। ਨਹੀਂ, ਮੈਂ ਤਾਂ ਤੁਹਾਡੇ ਸਵਾਲ ਕਰ, ਤੁਸੀਂ ਸਾਰੇ ਵਕੀਲ ਬੈਠੇ ਹੋ, ਮੈਂ ਤਾਂ ਤੁਹਾਨੂੰ ਪੁੱਛ ਰਿਹਾ। ਜੇ ਡੈਫਾਮੇਟਰੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕੋਰਟ ਕਿਉਂ ਨਹੀਂ ਗਈ? ਇੰਨੇ ਦਿਨ ਹੋ ਗਏ ਬਿਆਨ ਦਿੱਤੇ, ਹੋ ਗਏ ਨਾ ਐਕਸਪੋਜ਼, ਦੋਹਰੇ ਮਾਪਦੰਡ ਆ ਗਏ ਨਾ, ਅੱਗੇ ਬਿਆਨ ਦੇ ਸਕਦੇ, ਬਦਲਾਅ ਵਾਲਾ ਡੈਫਾਮੇਟਰੀ ਹੈ ਖੜਿਆਲ ਸਾਹਿਬ, ਬਦਲਾਅ ਵਾਲਾ ਡੈਫਾਮੇਟਰੀ ਹੈ ਬਿਆਨ। ਮੈਂ ਕਿਹਾ ਡੈਫਾਮੇਟਰੀ ਹੈ, ਉਹ ਹੈ ਕਿ ਨਹੀਂ ਹੈ? ਜੋ ਉਹਨੇ ਬਦਲਾਅ ਵਾਲਾ ਕਿਹਾ ਮੈਂ ਦੱਸਦਾ ਕੀ ਹੈ। ਉਹ ਡੈਫਾਮੇਟਰੀ ਹੈ ਕਿ ਨਹੀਂ, ਸੈਕੰਡਰੀ what it is ਉਹ ਇਹ ਹੈ ਕਿ ਸਾਡੇ ਸੀਐਮ ਸਾਹਿਬ ਜੋ ਕਨਸਟੀਟਿਊਸ਼ਨਲ ਪੋਸਟ ਤੇ ਹੈ, ਉਹ ਸੀਐਮ ਸਾਹਿਬ ਦੇ ਪਦ ਦਾ ਜਿਹੜਾ ਉਹ ਅਹੁਦਾ ਹੈ ਨਾ, ਉਹਦਾ ਮਾਨ ਸਤਿਕਾਰ ਕਰਨਾ ਹੈ। ਬ੍ਰੇਕ ਲਊਂਗਾ, ਪੰਜਾਬ ਦਾ ਮਾਨ ਸਤਿਕਾਰ ਕਰਨਾ ਹੈ। ਬ੍ਰੇਕ ਤੋਂ ਵਾਪਸ ਆਉਂਗਾ, ਇੰਨੀ ਗੱਲ ਇੱਕ ਛੋਟਾ, ਮੈਂ ਆ ਰਿਹਾ ਖੜਿਆਲ ਸਾਹਿਬ, ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਉਂਗਾ। ਹਾਲੇ 3 ਸੈਗਮੈਂਟ ਪਏ ਇਸ ਡਿਬੇਟ ਦੇ, ਪਰ ਉਸ ਤੋਂ ਪਹਿਲਾਂ ਹੀ ਮੈਨੂੰ ਇਹ ਲੱਗਦਾ ਹੈ ਕਿ ਇਹ ਚਾਰੇ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਬੈਠੇ ਆ, ਕਿਸੇ ਸ਼ਬਦ ਨੂੰ ਡੈਫਾਮੇਟਰੀ ਨਹੀਂ ਕਹਿਣਗੇ। ਮੈਨੂੰ ਲੱਗਦਾ ਜੇ ਕਹਿ ਦੇਣਗੇ ਤਾਂ ਮੈਂ ਇਹਨਾਂ ਦਾ ਵੈਲਕਮ ਕਰ ਦੂੰਗਾ। ਵਾਪਸ ਆ ਰਿਹਾ। ਉਹ ਸਿਆਣਿਆਂ ਨੇ ਕਿਹਾ ਸਾਰੇ ਜਾਨਵਰ ਨਦੀ ਦੀ ਘਾਟ ਤੇ ਇੱਕੋ ਥਾਵੇਂ ਇੱਕੋ ਕਿਨਾਰੇ ਤੇ ਇਕੱਠੇ ਹੋ ਕੇ ਪਾਣੀ ਪੀਣ ਲੱਗ ਜਾਣ, ਇਹਦਾ ਮਤਲਬ ਪਰਲੇ ਪਾਸੇ ਸ਼ੇਰ ਖੜਾ ਹੈ। ਸ਼ੇਰ ਕੌਣ ਹੈ? ਸ਼ੇਰ 3.5 ਕਰੋੜ ਜਨਤਾ ਹੈ ਪੰਜਾਬ ਦੀ, ਉਹ ਖੜੇ ਨੇ ਪੂਰੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਇੱਕ ਇਹੋ ਜਿਹਾ ਬਦਲਾਅ ਤੇ ਅਸੀਂ ਵੱਡਾ ਸਵਾਲ ਪੁੱਛ ਰਹੇ, ਪੰਜਾਬ ਦੀ ਪੋਲਿਟਿਕਸ ਅੱਜ ਕੱਲ੍ਹ ਕਿਹੜੀ ਪਿੱਚ ਤੇ ਖੇਡ ਰਹੀ ਹੈ? ਮਿਸਟਰ ਮਠਾੜੂ, ਜਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਆ ਰਿਹਾ, ਮਿਸਟਰ ਖੜਾ, ਜੋ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਕਿ ਮੈਂ ਪੂਰਾ ਬਿਆਨ ਤਾਂ ਨਹੀਂ ਉਹਨਾਂ ਦਾ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਰਿਹਾਗਾ, ਉਹ ਕਹਿੰਦੇ ਨਦੀ ਦੇ ਕਿਨਾਰੇ ਇੱਕ ਪਾਸੇ ਜਦੋਂ ਸਾਰੇ ਜਣੇ ਇਕੱਠੇ ਹੋਣ ਲੱਗ ਪੈਣ ਤਾਂ ਸਮਝੋ ਪਰਲੇ ਪਾਸੇ ਸ਼ੇਰ ਖੜਾ ਹੈ। ਤੇ ਸ਼ੇਰ ਕੌਣ ਹੈ? ਪੰਜਾਬ ਦੀ ਜਨਤਾ। ਮਠਾੜੂ ਸਾਹਿਬ ਜਿਹੜੇ ਉਹਨਾਂ ਨੇ ਸ਼ਬਦ ਵਿੱਚ ਬਿਆਨ ਕੀਤੇ ਨਾ, ਉਹ ਕਹਾਣੀ ਤੇ ਉੱਤੇ ਮੈਨੂੰ ਸਵਾਲ ਕਰਨਾ ਵੀ ਔਖਾ ਲੱਗਦਾ ਪਿਆ। ਮੈਂ ਉਹ ਨਾਮ ਲਵਾਂ ਕਿਵੇਂ ਸਰ? ਕਿਹੜੀ ਕੈਟਾਗਰੀ ਚ ਖੜਾ ਕਰਦੀ ਆਪੋਜੀਸ਼ਨ? ਸੀਐਮ ਸਾਹਿਬ ਆਸ਼ੀਰਵਾਦ ਲੈ ਰਹੇ ਹੈ, ਸੀਐਮ ਸਾਹਿਬ ਆਸ਼ੀਰਵਾਦ ਲੈ ਰਹੇ ਸਿੱਧੂ ਸਾਹਿਬ ਦਾ, ਆ ਦੇਖ ਸਕਦੇ ਹੋ। ਤੇ ਜਿਨ੍ਹਾਂ ਦਾ ਕਿਹਾ ਵੀ ਮੈਂ ਫੈਨ ਹੈ ਤੇ ਰਹੂੰਗਾ, ਅੱਜ ਉਹਨਾਂ ਬਾਰੇ ਇਹ ਬਿਆਨ ਜਨਤਕ ਕਰਨੇ ਮੈਨੂੰ ਲੱਗਦਾ ਵੈਰੀ ਅਨਫੋਰਚੂਨੇਟ। ਉਹ ਤਾਂ ਸੁਖਬੀਰ ਬਾਦਲ ਨਾਲ ਵੀ ਕਬੱਡੀ ਕੱਪ ਕੱਢ ਲੈਣਗੇ। ਹਾਂ ਮੈਂ ਕਹਿੰਦਾ ਕੱਢ ਲੈਣ, ਡਸਨਟ ਮੈਟਰ, 2 ਰਾਉਂਡਸ ਵਿਲ ਸਟਿਲ ਨਾਟ ਮੇਕ ਅ ਰਾਈਟ। ਬੋਲੋ। ਹਾਂ ਮਿਸਟਰ ਮਠਾੜੂ। ਕੇਪੀ ਜੀ ਗੱਲ ਪਤਾ ਕੀ ਹੈ, ਇਹ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ, ਜੋ ਮਰਿਆਦਾ ਉਹਦਾ ਘਾਣ ਕੀਤਾ ਜਾ ਰਿਹਾ। ਪੋਲਿਟਿਕਸ ਦੇ ਵਿੱਚ ਜਿਹੜੀ ਸ਼ਬਦਾਵਲੀ ਬੋਲੀ ਜਾ ਰਹੀ ਹੈ, ਚਾਹੇ ਕੋਈ ਵੀ ਬੋਲ ਰਿਹਾ, ਮੈਂ ਕਿਸੇ ਦਾ ਸਪੈਸੀਫਿਕ ਨਾਮ ਨਹੀਂ ਲਊਂਗਾ, ਫਿਰ ਤੁਸੀਂ ਕਹਿਣਾ ਡੈਫਾਮੇਟਰੀ ਹੋ ਗਈ। ਇਹ ਮੈਂ ਅੱਜ ਇੱਕ ਗੱਲ ਕਹਿਣੀ ਚਾਹਾਂਗਾ, ਪਾਸੀ ਸਾਹਿਬ ਸਾਡੇ ਵੀਰ ਹੈ, ਚਾਹੇ ਖੜਿਆਲ ਸਾਹਿਬ ਹੈਗੇ ਆ, ਚਲੋ ਸਿੱਧੂ ਸਾਹਿਬ ਕਾਂਗਰਸ ਦੇ ਹੈ, ਪਾਸੀ ਸਾਹਿਬ ਬੈਠੇ ਆਮ ਆਦਮੀ ਪਾਰਟੀ, ਭਗਵੰਤ ਮਾਨ ਜੀ। ਦੇਖੋ ਜੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਿਸ ਪੋਜੀਸ਼ਨ ਤੇ ਨੇ, ਔਰ ਓਪੋਜੀਸ਼ਨ ਅੱਜ ਜਿਸ ਪੋਜੀਸ਼ਨ ਤੇ ਨੇ, ਮਾਨਯੋਗ ਮੁੱਖ ਮੰਤਰੀ ਸਾਹਿਬ ਪਹਿਲਾਂ ਉਹਨਾਂ ਪੋਜੀਸ਼ਨਾਂ ਤੇ ਹੋਇਆ ਕਰਦੇ ਸੀ ਜਦੋਂ ਅਕਾਲੀ ਦਲ ਨੂੰ ਤਾਸ਼ ਦੇ ਪੱਤੇ ਕਿਹਾ ਕਰਦੇ ਸੀ ਕਿ ਫਲਾਣਾ ਗੋਲਾ ਹੈ, ਨਾਮ ਲੈ ਲੈ ਕੇ, ਫਲਾਣਾ ਗੋਲਾ ਹੈ, ਫਲਾਣੀ ਵੇਗੀ ਹੈ, ਫਲਾਣਾ ਬਾਦਸ਼ਾਹ, ਫਲਾਣਾ ਦੁੱਕੀਆਂ ਤਿੱਕੀਆਂ। ਸੋ ਇਹ ਢੀਂਡ ਸੇ ਵਰਗਿਆਂ ਨੂੰ ਕਹਿੰਦੇ ਸੀ ਪਤੀਲੇ ਵਾਂਗੂ ਮਾਂਜਤਾ ਮੈਂ, ਭਾਂਡੇ ਮੈਨੇ ਗੁਰਨਾਮ ਕੌਰ ਕਿਹਾ ਕਰੂਗੀ ਕਿ ਮੁੱਛਾਂ ਨੂੰ ਵੱਟ ਦੇ ਕੇ ਚੜੋਗੇ ਵੀ ਦੋਨੇ ਇਕੱਠੇ ਮਾਂਜਦੀ ਫਲਾਣਾ। ਸੋ ਇਹ ਜਿਹੜਾ ਕਲਚਰ ਹੈ ਨਾ ਕੇਪੀ ਜੀ, ਇਹ ਕਲਚਰ ਨੂੰ ਲਿਆਉਣ ਵਾਲੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਹੈ, ਕਿਉਂਕਿ ਉਹ ਇੱਕ ਇਹੋ ਜਿਹੇ ਪ੍ਰੋਫੈਸ਼ਨ ਦੇ ਵਿੱਚੋਂ ਆਏ ਸੀ, ਉਹਨਾਂ ਦਾ ਟੇਸਟ ਹੀ ਹੋਰ ਆ, ਅੱਜ ਵੀ ਉਹ ਉਸ ਨੂੰ ਛੱਡ ਨਹੀਂ ਰਹੇ। ਸੋ ਉਹ ਜਦੋਂ ਉਸ ਕੈਟਾਗਰੀ ਦੇ ਬੰਦੇ ਮੁੱਖ ਮੰਤਰੀ ਬਣਨਗੇ, ਸੋ ਸਾਡੇ ਤਾਂ ਪੰਜਾਬ ਨੇ ਤਾਂ ਮੁੱਖ ਮੰਤਰੀ ਨੂੰ ਦੇਖਣਾ, ਸਾਡਾ ਮੁੱਖ ਮੰਤਰੀ ਕਿਹੋ ਜਿਹਾ, ਔਰ ਲੋਕਾਂ ਨੇ ਉਹਨਾਂ ਨੂੰ ਸੁਣਨਾ। ਮੁੱਖ ਮੰਤਰੀ ਜਿਵੇਂ ਬੋਲਦੇ ਆ ਉਸੇ ਭਾਸ਼ਾ 'ਚ ਜਵਾਬ ਦੇਣ ਵਾਸਤੇ ਉਹਨਾਂ ਨੂੰ। ਮਿਸਟਰ ਮਠਾੜੂ, ਮੈਂ ਮੁੱਖ ਮੰਤਰੀ ਦੀ ਵਕਾਲਤ ਕਰਨ ਵਾਸਤੇ ਨਹੀਂ ਬੈਠਾ ਇੱਥੇ। ਮੁੱਖ ਮੰਤਰੀ ਨੂੰ ਇਹੋ ਜਿਹੀ ਸ਼ਬਦਾਵਲੀ ਨਾਲ ਕਿਉਂ ਲਿਆਂਦਾ ਜਾਂਦਾ ਅੱਗੇ? ਕਿਉਂ ਇਹੋ ਜਿਹੀ ਸ਼ਬਦਾਵਲੀ ਵਰਤੀ ਜਾਂਦੀ ਹੈ? ਬਦਲਾਅ ਕੀਤਾ ਜੀ ਉਹਨਾਂ ਨੇ, ਸਿਰਫ ਜੀ ਵਿਆਹ ਕਰਵਾ ਲਿਆ, ਇਹੋ ਹੀ ਸ਼ਬਦ ਵਰਤਣੇ ਚਾਹੀਦੇ ਸਰ। ਉਹਨਾਂ ਨਿੱਜੀ ਮਾਮਲਾ, ਪਰਿਵਾਰਿਕ ਮਾਮਲਾ, ਤੁਸੀਂ ਹੋਰ ਸਵਾਲ ਖੜੇ ਕਰੋ ਨਾ। ਮੈਂ ਇਹੀ ਤਾਂ ਗੱਲ ਕਹਿਣਾ, ਜਦੋਂ ਮੁੱਖ ਮੰਤਰੀ ਸਾਹਿਬ ਜਦੋਂ ਆਪੋਜੀਸ਼ਨ ਵਿੱਚ ਸੀ, ਜਦੋਂ ਵਿਰੋਧੀ ਵਾਲੇ ਧਿਰ ਦੇ ਵਿੱਚ ਸੀਗੇ ਮੁੱਖ ਮੰਤਰੀ ਸਾਹਿਬ, ਉਦੋਂ ਵੀ ਤਾਂ ਜਿਹੜੇ ਦੂਸਰੇ ਸੱਤਾਧਾਰੀ ਸੀ, ਚਾਹੇ ਕਾਂਗਰਸ ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਸੀ, ਜਿਹੜੀਆਂ ਗੱਲਾਂ ਉਹ ਕਰਦੇ ਸੀ ਉਹ ਵੀ ਤਾਂ ਪਰਿਵਾਰਕ ਗੱਲਾਂ ਸੀ ਨਾ। ਹੁਣ ਕੈਪਟਨ ਸਾਹਿਬ ਦੀ ਪਜਾਮੀ ਤੋਂ ਭਗਵੰਤ ਮਾਨ ਨੇ ਕੀ ਲੈਣਾ ਸੀ ਕਿ ਉਹਨਾਂ ਦੀ ਪਜਾਮੀ ਨੂੰ 2 ਬੰਦੇ ਇਧਰੋਂ ਫੜ ਕੇ ਚੜਾਉਂਦੇ ਆ, 2 ਬੰਦੇ ਇਧਰੋਂ ਫਿਰ ਭੂੰਗ ਵਾਲੀ ਟਰਾਲੀ ਵਾਂਗੂ ਕੱਸਦੇ ਆ। ਉਹ ਵੀ ਤਾਂ ਉਹਨਾਂ ਦਾ ਫੈਮਿਲੀ ਮੈਟਰ ਸੀ ਨਾ, ਕਿ ਕਿਸ ਤਰ੍ਹਾਂ ਉਹ ਆਪਣੇ ਕੱਪੜੇ ਪਾਉਂਦੇ ਆ, ਕਿਸ ਤਰ੍ਹਾਂ ਦਾੜੀ ਬੰਨ੍ਹਦੇ ਆ, ਕਿਸ ਤਰ੍ਹਾਂ ਪੱਗ ਬੰਨ੍ਹਦੇ ਆ। ਸੋ ਇਹ ਜਿਹੜੀਆਂ ਚੀਜ਼ਾਂ, ਮੈਂ ਕਲਚਰ ਦੀ ਗੱਲ ਕਰਦਾ। ਦੇਖੋ ਮੈਂ
ਹਮੇਸ਼ਾ ਇੱਕ ਗੱਲ ਕਹਿਣਾ ਕਿ ਪੋਲਿਟਿਕਸ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਕਿਸੇ ਦੀ ਪਰਸਨਲ ਜ਼ਿੰਦਗੀ ਕਿਸੇ ਹੁਣ ਮੁੱਖ ਮੰਤਰੀ ਸਾਹਿਬ ਹੈ, ਉਹਦਾ ਤਾਂ ਐਲੀਗੇਸ਼ਨ ਲੱਗਦਾ ਕਿ ਸ਼ਰਾਬ ਪੀਂਦੇ ਆ, ਉਹ ਡੱਕ ਕੇ ਕੇ ਉਹਨਾਂ ਨੂੰ ਉਤਾਰ ਦਿੱਤਾ। ਸੋ ਅਸੀਂ ਵੀ ਇਸ ਗੱਲ ਦੇ ਹਾਮੀ ਨਹੀਂ। ਮਠਾੜੂ ਸਾਹਿਬ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ, ਮੈਨੂੰ ਇੱਕ ਸਵਾਲ ਦਾ ਜਵਾਬ। ਮੈਂ ਸਰ ਕਿਸੇ ਦੀ ਵਕਾਲਤ ਨਹੀਂ ਕਰ ਰਿਹਾ ਸਰ, ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ। ਜੋ ਭਗਵੰਤ ਮਾਨ ਨੇ ਕਿਹਾ ਗਲਤ ਕਿਹਾ, ਤੁਸੀਂ ਕਹਿਤਾ, ਸਿੱਧੂ ਸਾਹਿਬ ਨੇ ਜੋ ਕਿਹਾ ਠੀਕ ਕਿਹਾ? ਮੈਂ ਸਾਰਿਆਂ ਨੂੰ ਕਹੀ ਜਾਣਾ, ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਕਹਿ ਰਿਹਾ, ਚਾਹੇ ਕੋਈ ਸਾਡੀ ਪਾਰਟੀ ਦਾ, ਮੈਂ ਤਾਂ ਉਹਨੂੰ ਵੀ ਕਹਿ ਰਿਹਾ ਕਿ ਇਹ ਸ਼ਬਦਾਵਲੀਆਂ ਜਿਹੜੀਆਂ ਕਿਸੇ ਦੇ ਨਿੱਜੀ ਹਮਲੇ ਉਹ ਨਹੀਂ ਹੋਣੇ ਚਾਹੀਦੇ। ਪਰੰਤੂ ਇਹ ਸ਼ੁਰੂ ਕਿਹਨੇ ਕੀਤਾ? ਆਮ ਆਦਮੀ ਪਾਰਟੀ ਦੇ ਜਿਹੜੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੈਗੇ ਆ, ਉਹ ਇੱਕ ਇਹੋ ਜਿਹੇ ਪ੍ਰੋਫੈਸ਼ਨ ਚੋਂ ਆਏ ਸੀ, ਉਹਨਾਂ ਦਾ ਇੱਕ ਕਲਚਰ ਚੋਂ ਆਏ ਸੀ, ਉਹ ਜਿਹੇ ਕਲਚਰ ਚੋਂ ਉਹਨਾਂ ਦੀ ਆਦਤ ਹੈ, ਉਹ ਰਹਿ ਨਹੀਂ ਸਕਦੇ, ਉਹਨਾਂ ਦੀ ਖੁਰਾਕ ਹੈ, ਤਾੜੀਆਂ ਉਹਨਾਂ ਦੀ ਖੁਰਾਕ ਹੈ, ਉਹ ਬੋਲਣਗੇ। ਜੇ ਉਹਨਾਂ ਦਾ ਜਵਾਬ ਉਸ ਤਰੀਕੇ ਨਾਲ ਦੂਸਰੀਆਂ ਪਾਰਟੀਆਂ, ਵਿਰੋਧੀ ਪਾਰਟੀਆਂ ਨਹੀਂ ਦੇਣਗੀਆਂ ਤਾਂ ਉਹ ਫਿਰ ਉਹੀ ਗੱਲ ਹੋਏਗੀ ਨਾ ਕਿ ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ। ਉਹਦਾ ਜਵਾਬ ਤਾਂ ਫਿਰ ਉਸੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ, ਸਿਆਸਤ ਵਿੱਚ ਕੁੱਤਾ, ਬਾਂਦਰ, ਸ਼ੇਰ ਇਹ ਕਿਉਂ ਆ ਰਹੇ ਆ? ਮੈਂ ਤਾਂ ਸਰ ਇਹ ਸਵਾਲ ਹੀ ਇਹ ਆ, ਮੇਰਾ ਸਵਾਲ ਹੀ ਇਹ ਆ। ਇਸਰੇ ਕਰਕੇ ਆ ਰਿਹਾ, ਜਦੋਂ ਡਰਾਮੇਬਾਜ਼ ਲੋਕ ਡਰਾਮੇ ਕਰਨਗੇ, ਪੰਜਾਬ ਦੀ ਸਰਕਾਰ, ਪੰਜਾਬ ਨੂੰ ਇਹਨਾਂ ਨੇ ਇੱਕ ਡਰਾਮੇ ਦੀ ਸਟੇਜ ਬਣਾ ਕੇ ਰੱਖ ਦਿੱਤਾ ਹੈ। ਮੁੱਦਿਆਂ ਦੀ ਕੋਈ ਗੱਲ ਨਹੀਂ। ਗੋਲਡੀ ਬਰਾੜ ਕਦੋਂ ਬਣਿਆ? ਮੈਂ ਆ ਰਿਹਾ, ਰੁਕ ਜਾਓ ਮਠਾੜੂ ਸਾਹਿਬ, ਹੁਣ ਰੁਕ ਜਾਓ। ਤੁਸੀਂ ਖੜਿਆਲ ਸਾਹਿਬ ਨੂੰ ਕਰਨਾ ਪਿਆ, ਰੁਕ ਜਾਓ ਇੱਕ ਮਿੰਟ। ਖੜਿਆਲ ਸਾਹਿਬ ਕੀ ਕਰ ਰਹੇ ਜੀ? ਇੱਕ ਮਿੰਟ, ਤੁਸੀਂ ਬਹੁਤ ਬਿਨ ਬ੍ਰੇਕ ਚੱਲਣ ਲੱਗ ਪਿਓ। ਖੜਿਆਲ ਸਾਹਿਬ ਇੱਕ ਮਿੰਟ ਰੁਕ ਜਾਓ। ਬਿਨ ਬ੍ਰੇਕ ਤਾਂ ਹੀ ਲੋਡ ਪੈਂਦੀ ਚੱਲਾਂਗੇ। ਆ ਰਿਹਾ ਲਕੇਸ਼ ਨਾਰੰਗ ਸਾਹਿਬ ਬਹੁਤ ਆਰਾਮ ਨਾਲ ਸਾਰੀ ਡਿਬੇਟ ਸੁਣਦੇ ਪਏ ਆ। ਨਾਰੰਗ ਸਾਹਿਬ ਮੈਨੂੰ ਇੱਕ ਚੀਜ਼ ਦੱਸੋ ਸਰ। ਨਾਰੰਗ ਸਾਹਿਬ, ਇੱਕ ਤਾਂ ਹੁੰਦਾ ਕਾਨੂੰਨੀ ਤੌਰ ਤੇ ਕਾਰਵਾਈ ਕਰਨੀ, ਚਾਰੇ ਤੁਸੀਂ ਸਿਆਣੇ ਵਕੀਲ ਬੈਠੇ ਹੋ ਸਰ, ਮੈਂ ਤਾਂ ਤੁਹਾਡੇ ਤੋਂ ਹੀ ਸਿੱਖਦਾ ਪਿਆ ਵੀ ਵਕੀਲ ਆ ਜਿਹੜੇ ਕਿਵੇਂ ਕੰਮ ਕਰਦੇ ਆ, ਪਰ ਇੱਕ ਨੈਤਿਕਤਾ ਹੁੰਦੀ ਹੈ ਨਾਰੰਗ ਸਾਹਿਬ, ਉਹ ਨੈਤਿਕਤਾ ਸਰ ਆਊਟ ਹੋ ਗਈ ਹੈ ਸਾਡੀ ਸਿਆਸਤ ਵਿੱਚੋਂ ਨਾਰੰਗ ਸਾਹਿਬ। देखो केपी जी, ऐसा है कि जो आप पिछले कुछ दिनों तो देख रहे हैं भाषा का प्रयोग, नो डाउट नैतिकता वाली तो कोई गल है ही नहीं। जिदा दे भी शब्द वरते जा रहे हैं, भाषा की मर्यादा का किसी भी धिर वालों ध्यान नहीं रखा जा रहा। पर इत्थे तुहानूं ये देखना जरूरी है कि भाषा की मर्यादा, देखो अपोजिशन का काम तो होंदा है, उन्होंने कोई ना कोई गल करनी है, पर जो सरकार दे विच हुंदा ना केपी जी, उन्होंने थोड़ा जिहा मर्यादा च रह के गल करनी पैंदी है, क्योंकि कुर्सी ते विराजमान सरकार चला रहा, उन्होंने ऐ जिवें महल्ले च नुक्कड़ा नाटक वाले। नारंग साहब, मैं फिर वो सवाल करदा नारंग साहब, मैं किसी भी धिर नूं सर अज बख्शण दे मूड च नहीं गा। मेरा सीधा सवाल है सर, तुसीं मुख मंत्री दे वट्टे मारी चलो सर, चुप रहे, ये होना चाहिए। केपी जी, ये जिहड़ी पार्टियां ने ये रोज मोदी साहब बारे पता नहीं कई कुछ सवेर तो शाम तक बोलदियां ने। राहुल गांधी जी विदेश दे विच जाके पता नहीं कैसी डेरोगेटरी लैंग्वेज बोलदे ने। क्या आप मोदी साहब ਨੂੰ ਕਦੀ ਉਹਨਾਂ ਤੇ ਕਮੈਂਟ ਕਰਦੇ? ਕੋਈ ਤਾਂ ਸਰ ਕੇਸ ਪਾਏ ਹੋਏ ਆ, ਮੋਦੀ ਸਾਹਿਬ ਨੂੰ ਕੋਈ ਕੁਝ ਕਹਿੰਦਾ ਕੇਸ ਪਾਣੇ ਹੋ ਤੁਸੀਂ। ਇੱਕ ਮਿੰਟ केपी जी ਗੱਲ ਕੰਪਲੀਟ ਕਰਨ। ਹਾਂ ਬੋਲੋ ਸਰ। ਗੱਲ ਇਹ ਹੈ ਕਿ ਅਪੋਜੀਸ਼ਨ ਨੇ ਤਾਂ ਕੰਮ ਕਰਨਾ, ਪਰ ਇਹਨਾਂ ਨੂੰ ਆਪਣੀ ਭਾਸ਼ਾ ਦੀ ਮਰਿਆਦਾ ਦਾ ਮੁੱਖ ਮੰਤਰੀ ਸਾਹਿਬ ਨੂੰ ਧਿਆਨ ਰੱਖਣਾ ਚਾਹੀਦਾ। ਦਿੱਕਤ ਕਿੱਥੇ ਆ? ਜਿਹੜੀ ਗੱਲ ਖੜਿਆਲ ਸਾਹਿਬ ਨੇ ਕਹੀ ਹੈ, ਜਿਹੜੀ ਗੱਲ ਆਪਣੇ ਮਠਾਊ ਸਾਹਿਬ ਨੇ ਕਹੀ ਹੈ, ਮੈਂ ਵੀ ਉਸੇ ਗੱਲ ਨੂੰ ਸੈਕਿੰਡ ਕਰਦਾ ਕਿ ਜਦੋਂ ਸਟੇਟ ਦਾ ਕਲਾਕਾਰ ਸੀਐਮ ਬਣ ਜਾਂਦਾ ਆ, ਉਹਦੀ ਭਾਸ਼ਾ ਨਹੀਂ ਬਦਲਦੀ, ਉਹਦਾ ਗੱਲ ਕਰਨ ਦਾ ਤਰੀਕਾ ਨਹੀਂ ਬਦਲਦਾ, ਉਹਨੂੰ ਉਹੀ ਕਮੇਡੀ ਵਾਲੇ ਸੀਨਸ, ਟਾਂਚ ਮਾਰਨ ਵਾਲੀਆਂ ਆਦਤਾਂ ਉਹ ਨਹੀਂ ਜਾਂਦੀਆਂ। ਉਹ ਅੱਜ ਤੱਕ ਇਸ ਸਿਸਟਮ ਨੂੰ ਸਮਝ ਨਹੀਂ ਪਾਏ ਕਿ ਉਹ ਇੱਕ ਸੂਬੇ ਦੇ ਮੁੱਖ ਮੰਤਰੀ ਨੇ। ਦੇਖੋ ਰਾਜ ਭਾਗ ਕੇਪੀ ਜੀ ਸਦਾ ਨਹੀਂ ਰਹਿੰਦਾ। ਜੇ ਕਿਸੇ ਮਾਹੌਲ ਦੇ ਵਿੱਚ ਰਾਜ ਭਾਗ ਦੇ ਨਾਲ ਉਹ ਸਿੱਧੇ ਮੁੱਖ ਮੰਤਰੀ ਬਣ ਗਏ ਨੇ ਤੇ ਇਹ ਜਨਤਾ ਜ਼ਮੀਨ ਤੇ ਲਿਆਉਣ ਨੂੰ ਵੀ ਬਹੁਤ ਥੋੜਾ ਸਮਾਂ ਲਗਾਉਂਦੀ ਹੈ। ਉਹਨਾਂ ਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਕਿ ਅਪੋਜੀਸ਼ਨ ਪਾਰਟੀਆਂ ਜੇ ਗੱਲ ਕਰ ਰਹੀਆਂ ਨੇ, ਕਿਉਂ? ਮੈਨੂੰ ਗੱਲ ਦੱਸੋ, ਜੇ ਕਟਾਰੂ ਚੱਕ ਦਾ ਮਸਲਾ ਆਏਗਾ ਤਾਂ ਕਿਉਂ ਗੱਲ ਨਾ ਕਰੀਏ ਜੀ? ਕਿਉਂ ਗੱਲ ਨਾ ਕਰੀਏ? ਕਟਾਰੂ ਚੱਕ ਐਸਾ ਅਮਾਨਵੀय ਕੰਮ ਕਰ ਰਿਹਾ ਵਾ, ਔਰ ਇਹਨਾਂ ਦੇ ਪ੍ਰਵਕਤਾ ਚੈਨਲ ਤੇ ਬੈਠ ਕੇ ਇਹ ਕਹਿ ਕੇ ਡਿਫੈਂਡ ਕਰਦੇ ਆ ਕਿ ਕੋਈ ਆਪਣੇ ਬੈਡਰੂਮ ਦੇ ਵਿੱਚ ਜੋ ਮਰਜ਼ੀ ਕਰੇ, ਤੁਸੀਂ ਕੀ ਲੈਣਾ ਦੇਣਾ। ਤੇ ਦੇਖੋ, ਤੇ ਫਿਰ ਕਿਉਂ ਨਾ ਭਾਸ਼ਾ ਦੀ ਮਰਿਆਦਾ ਦਾ ਥੋੜਾ ਫਰਕ ਤਾਂ ਆਏਗਾ ਨਾ ਜਦੋਂ ਆਪਾਂ ਕਟਾਰੂ ਚੱਕ ਦੀ ਗੱਲ ਕਰਾਂਗੇ। ਹੁਣ ਸੁਣੋ, ਪਰ ਇਸ ਸਾਰੇ ਐਪੀਸੋਡ ਚ केपी जी ਤੁਸੀਂ ਇੱਕ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕੀਤਾ ਕਿ ਭਾਰਤੀ ਜਨਤਾ ਪਾਰਟੀ ਨੇ ਪੂਰੀ ਭਾਸ਼ਾ ਦੀ ਮਰਿਆਦਾ ਰੱਖੀ ਹੈ। ਸਾਡੀ ਪਾਰਟੀ ਵੱਲੋਂ ਕੋਈ ਵੀ ਐਸਾ ਕਟਾਕਸ਼ ਨਹੀਂ ਕੀਤਾ ਗਿਆ ਕਿ ਜਿਵੇਂ ਬਾਕੀ ਵਿਰੋਧੀ ਧਿਰਾਂ ਕਰ ਰਹੀਆਂ ਨੇ। ਠੀਕ ਆ, ਮੁੱਖ ਮੰਤਰੀ ਸਾਹਿਬ ਸਾਨੂੰ ਸਵਾਲ ਕਰਦੇ ਹੋ ਸਰ, ਤੁਹਾਡੇ ਤੇ ਬ੍ਰਿਜ ਭੂਸ਼ਣ ਵਾਲਾ ਸਵਾਲ ਹੁੰਦਾ, ਤੁਸੀਂ ਕਰ ਦਿਓ ਕਾਰਵਾਈ। केपी जी ਆਪਾਂ ਪੰਜਾਬ ਦੀ ਗੱਲ ਪੰਜਾਬ ਤੇ ਰੱਖੀ ਨੇ। ਜਦੋਂ ਆਪਾਂ ਪੰਜਾਬ ਤੇ ਸਵਾਲ ਕਰਦੇ ਹਾਂ, ਉਹਦੇ ਰਾਹੁਲ ਗਾਂਧੀ ਦਾ ਸਵਾਲ ਲਿਆਉਂਗੇ ਵਿੱਚ ਸਰ, ਮੈਂ ਪੰਜਾਬ ਤੋਂ ਬਾਹਰ ਜਾਊਂਗਾ ਨਾ, ਤੁਸੀਂ ਤਾਂ ਵਿਦੇਸ਼ ਚਲੇ ਗਏ ਸਰ। ਮੈਂ ਬ੍ਰਿਜ ਭੂਸ਼ਣ ਕਹਿ ਰਿਹਾ ਕਿ केपी जी ਜਿਹੜੀ ਤੁਸੀਂ ਤੁਹਾਡਾ ਟੌਪਿਕ ਆ
ਤੁਸੀਂ ਟੌਪਿਕ ਤੇ ਸਾਰੀਆਂ ਵਿਰੋਧੀ ਤੇ ਰਹਿਣਾ ਨਾ, ਕੋਈ ਭਾਰਤੀ ਜਨਤਾ ਪਾਰਟੀ ਦੇ ਚਲੋ ਫਿਰ ਟੌਪਿਕ ਤੇ ਹੁੰਨੇ ਸਰ, ਟੌਪਿਕ ਤੇ ਹੁੰਨੇ ਆ। ਤੁਸੀਂ ਕਟਾਰੂ ਚੱਕ ਵਾਲਾ ਸਵਾਲ ਕੀਤਾ ਸਰ, ਉੱਥੇ ਜਿੱਥੇ ਵਿਰੋਧੀ ਇਕੱਠੇ ਹੋਏ ਸੀਗੇ ਉੱਥੇ ਇਹ ਸਵਾਲ ਵੀ ਆਇਆ ਕਿ ਮੈਂ ਭਾਈ ਤੈਨੂੰ ਜੱਫੀ ਤਾਂ ਪਾ ਲਈ ਆ, ਗਾਂ ਸ਼ਬਦ ਜੋ ਬੋਲੇ ਹੋ ਤੁਸੀਂ ਉਹਨੂੰ ਕਬੂਲ ਕਰਦੇ ਹੋ ਸਰ? ਦੇਖੋ ਕੇਪੀ ਜੀ, ਮੈਂ ਉਹ ਸ਼ਬਦ ਸੁਣਿਆ ਨਹੀਂਗਾ, ਜੇ ਮੈਂ ਸੁਣ ਲਿਓ ਸਰ ਸੁਣ ਲਿਓ ਨਾਰਦ ਸਾਹਿਬ, ਮੈਂ ਤਾਂ ਬੋਲ ਵੀ ਨਹੀਂ ਸਕਦਾ ਜਿਹੜੇ ਸ਼ਬਦ ਉੱਥੇ ਵਰਤੇ ਗਏ ਆ। ਹਾਂ ਮਿਸਟਰ ਪਾਸੀ ਕੀ ਕਹਿਣਾ ਚਾਹ ਰਹੇ? ਮੈਂ ਆ ਰਿਹਾ ਸਰ, ਮੈਂ ਇਹ ਦੱਸਣਾ ਚਾਹ ਰਿਹਾ ਜੀ, ਨਾਰਦ ਸਾਹਿਬ ਆ ਰਿਹਾ ਇਹ ਗੱਲ ਤਾਂ ਕੰਪਲੀਟ ਹੋ ਲੈਂਦੇ ਨੇ ਜਿਵੇਂ ਮੈਂ ਆ ਰਿਹਾ ਨਾਰਦ ਸਾਹਿਬ ਆ ਰਿਹਾ, ਤੁਸੀਂ ਬੜੇ ਡਿਸਪਲਿਨ ਚ ਰਹਿਣ ਵਾਲੇ, ਮੈਨੂੰ ਪਤਾ ਸਰ, ਮੈਂ ਆ ਰਿਹਾ। ਹਾਂ ਮਿਸਟਰ ਪਾਸੀ, ਚੱਲ ਫਿਰ ਇਹਨਾਂ ਨੂੰ ਟਾਈਮ ਦੇਣਾ, ਫਿਰ ਮੈਂ ਨਹੀਂ ਕਰਦਾ। ਮੈਂ ਆਉਂਗਾ ਸਰ, ਤੁਹਾਨੂੰ ਟਾਈਮ ਦਊਂਗਾ ਨਾਰਦ ਸਾਹਿਬ, ਕਿਉਂ ਨਹੀਂ ਦਊਂਗਾ ਟਾਈਮ? ਪਰ ਫਿਰ ਤਾਂ ਮੇਰੀ ਪਹਿਲੀ ਵਾਰੀ ਤਾਂ ਤੁਸੀਂ ਤੇ ਚਲੋ ਬੋਲੋ, ਤੁਸੀਂ ਵਕੀਲ ਹੋ, ਮੈਂ ਵਕੀਲਾਂ ਨਾਲ ਬਹਿਸ ਜ਼ਿਆਦਾ ਨਹੀਂ ਕਰਦਾ। ਬੋਲੋ ਨਾਰਦ ਸਾਹਿਬ, ਇੱਕ ਮਿੰਟ ਪਾਸੇ ਤੁਸੀਂ ਵਕੀਲ ਹੋ, ਮਾਰ ਰੱਖ ਲਈਏ ਵਕੀਲ ਦਾ। ਹਾਂ ਬੋਲੋ ਨਾਰਦ ਸਾਹਿਬ। ਜਿਹੜਾ ਮੁੱਖ ਮੰਤਰੀ ਦੇ ਪਦ ਤੇ ਬੈਠਾ, ਜੇ ਉਹਨੂੰ ਭਾਸ਼ਾ ਦੀ ਮਰਿਆਦਾ ਦਾ ਨਹੀਂ ਪਤਾ ਤਾਂ ਉਹਨੂੰ ਕੁਝ ਸਿੱਖ ਲੈਣਾ ਚਾਹੀਦਾ। ਜਦੋਂ ਆਪਾਂ ਸਰਕਾਰ ਚਾਹੁੰਦੇ ਹਾਂ, ਦੇਖੋ ਰੱਬ ਨੇ ਛੋਟੀ ਉਮਰ ਚ ਉਹਨਾਂ ਨੂੰ 49 ਸਾਲ ਚ ਮੁੱਖ ਮੰਤਰੀ ਬਣਾਤਾ, ਉਹਨਾਂ ਨੂੰ ਤਾਂ ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ ਸ਼ੁਕਰਾਨਾ ਅਦਾ ਕਰਨਾ ਚਾਹੀਦਾ, ਔਰ ਨਿਮ ਕੇ ਰਹਿਣਾ ਚਾਹੀਦਾ। ਜਦਕਿ ਇਸ ਵੇਲੇ ਉਹ ਅਹੰਕਾਰੀ ਰਾਜੇ ਮੰਗਰ ਕੰਮ ਕਰ ਰਹੇ ਨੇ, ਜਿਹੜਾ ਕੁਝ ਨਹੀਂ ਦੇਖਦਾ, ਸੱਤਾ ਦੇ ਨਸ਼ੇ 'ਚ ਚੂਰ ਹੋਇਆ, ਜਿਵੇਂ ਹਾਥੀ ਨਹੀਂ ਬਦਹੋਸ਼ ਹੋ ਕੇ ਤੁਰਿਆ ਜਾਂਦਾ ਹੁੰਦਾ। ਮੈਂ ਕਿਹਾ ਸੀ ਜਾਨਵਰ ਕਿਉਂ ਆ ਰਹੇ ਵਿੱਚ, ਤੁਸੀਂ ਹਾਥੀ ਲਿਆਂਦਾ। ਉਹ ਸਰ ਮੈਨੂੰ ਡਿਬੇਟ ਤਾਂ ਕਰ ਲੈਂਦੇ, ਕੀ ਆਪਾਂ ਜਾਨਵਰਾਂ ਦੀ ਗੱਲਾਂ ਕਰੀ ਜਾਂਦੇ ਬਾਰ-ਬਾਰ। ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ, ਹੁਣ ਬ੍ਰੇਕ ਲੈ ਲਵਾਂ ਸਰ, ਬ੍ਰੇਕ ਲੈ ਲਵਾਂ, ਇੱਕ ਛੋਟਾ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਵਾਪਸ ਆਵਾਂ ਕਿ ਇਹ ਕਿਹੋ ਜਿਹਾ ਬਦਲਾ, ਸਵਾਲ ਬਹੁਤ ਸਾਰੇ ਵਾਪਸ ਆ ਰਹੇ। ਉਹ ਸਿਆਣਿਆਂ ਨੇ ਕਿਹਾ ਸਾਰੇ ਜਾਨਵਰ ਨਦੀ ਦੀ ਘਾਟ ਤੇ ਇੱਕੋ ਥਾਵੇਂ ਇੱਕੋ ਕਿਨਾਰੇ ਤੇ ਇਕੱਠੇ ਹੋ ਕੇ ਪਾਣੀ ਪੀਣ ਲੱਗ ਜਾਣ, ਇਹਦਾ ਮਤਲਬ ਪਰਲੇ ਪਾਸੇ ਸ਼ੇਰ ਖੜਾ ਹੈ। ਸ਼ੇਰ ਕੌਣ ਹੈ? ਸ਼ੇਰ 3.5 ਕਰੋੜ ਜਨਤਾ ਹੈ ਪੰਜਾਬ ਦੀ, ਉਹ ਖੜੇ ਨੇ ਪੂਰੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਪੰਜਾਬ ਦੀ ਪੋਲਿਟਿਕਸ ਅੱਜ ਕੱਲ੍ਹ ਕਿਹੜੀ ਪਿੱਚ ਤੇ ਖੇਡ ਰਹੀ ਹੈ। ਇਹ ਡਿਬੇਟ ਤੁਹਾਨੂੰ ਦੱਸ ਦੂ ਕਿ ਕਿਹੜੀ ਪਿੱਚ ਤੇ ਖੇਡਦੀ ਵੀ ਹੈ ਪੋਲਿਟਿਕਸ। ਪਾਸੀ ਸਾਹਿਬ ਸਿੱਧੂ ਸਾਹਿਬ ਨੇ ਜੋ ਭਾਸ਼ਾ ਵਰਤੀ ਉਸ ਤੇ ਸਵਾਲ ਮੁੱਖ ਮੰਤਰੀ ਸਾਹਿਬ ਨੇ ਚੁੱਕੇ ਆ, ਪਰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਤਾਨਾ ਮਾਰਿਆ ਕਿ ਜੇ ਉਹਨਾਂ ਦੇ ਘਰੇ ਬਦਲਾਅ ਨਾ ਹੁੰਦਾ ਤਾਂ ਸਿੱਧੂ ਸਾਹਿਬ ਕਿਵੇਂ ਹੁੰਦੇ। ਸਰ ਇਹ ਡੈਰੋਗੇਟਰੀ ਹੈ ਜਾਂ ਨਹੀਂ ਮਿਸਟਰ ਪਾਸੀ? ਕੇਪੀ ਜੀ ਦੇਖੋ, ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਸਾਡੀ ਬਾਣੀ 'ਚ ਵੀ ਲਿਖਿਆ। ਮੈਂ ਜਿਹੜਾ ਭਗਵੰਤ ਮਾਨ ਜੀ ਨੇ ਵਰਡ ਯੂਜ਼ ਕੀਤਾ, ਜੋ ਕਿਹਾ, ਉਹਨਾਂ ਨੇ ਸਿਰਫ ਉਹਨਾਂ ਨੂੰ ਰਿਪਲਾਈ ਦਿੱਤਾ ਕਿ ਤੁਸੀਂ ਇਹ ਵਰਡ ਯੂਜ਼ ਕੀਤੇ ਹੈ, ਤੁਸੀਂ ਮੇਰੀ ਫੈਮਿਲੀ ਬਾਰੇ, ਮੇਰੀ ਸ਼ਾਦੀ ਬਾਰੇ ਅਪਲਾਈ ਕੀਤੇ ਆ, ਤਾਂ ਤੁਸੀਂ, ਤੁਹਾਡੇ ਪਿਤਾ ਜੀ ਨੇ ਵੀ ਦੂਜਾ ਵਿਆਹ ਕਰਾਇਆ ਸੀ। ਪਹਿਲੀ ਚੀਜ਼ ਕੇਪੀ ਜੀ। ਦੂਸਰੀ ਚੀਜ਼ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਮੈਂ ਸ਼ੁਰੂਆਤ ਕਰੂੰਗਾ, ਮੈਨੂੰ ਇੱਕ ਚੀਜ਼ ਦਾ ਥੋੜਾ ਜਿਹਾ ਟਾਈਮ ਦੇ ਦਿਓ। ਮਠਾੜੂ ਜੀ ਨੇ ਕਿਹਾ ਕਿ ਇਹ ਭਗਵੰਤ ਮਾਨ ਜੀ ਨੇ ਸ਼ੁਰੂ ਕੀਤਾ, ਬਿਲਕੁਲ ਗਲਤ ਕਿਹਾ ਇਹਨਾਂ ਨੇ। ਇਹ ਸ਼ਾਇਦ ਭੁੱਲ ਗਏ ਕਿ ਜਦੋਂ ਅਕਾਲੀ ਔਰ ਕਾਂਗਰਸ ਸੀਗੀ, ਆਮ ਆਦਮੀ ਪਾਰਟੀ ਤਾਂ ਉਦੋਂ ਐਗਜ਼ਿਸਟੈਂਸ 'ਚ ਵੀ ਨਹੀਂ ਸੀਗੇ। ਇਹਨਾਂ ਨੇ ਮਾਮਾ ਭੈਣਾਂ ਦੀਆਂ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਸੀ, ਕੁਰਸੀਆਂ ਚੱਲੀਆਂ ਸੀ ਅਸੈਂਬਲੀ ਦੇ ਵਿੱਚ, ਸ਼ਾਇਦ ਇਹ ਭੁੱਲ ਰਹੇ ਆ। ਇਸ ਤੋਂ ਇਲਾਵਾ 2002 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ, ਉਹਨਾਂ ਨੇ ਕਿਹਾ ਸੀ ਬਾਦਲਾਂ ਨੂੰ ਮੈਂ ਪੁੱਠੇ ਟੰਗ ਦਊਂਗਾ। ਮੈਂ ਤੁਹਾਨੂੰ ਇੱਕ ਜਿਹੜਾ ਕਹਿ ਰਿਹਾ ਨਾ, ਸ਼ੁਰੂਆਤ ਇਹਨਾਂ ਦਾ ਕਲਚਰ ਸ਼ੁਰੂ ਤੋਂ, ਮਤਲਬ ਜਿਹੜਾ ਨਾ ਰਾਜਨੀਤੀ ਦੇ ਵਿੱਚ, ਪਰ ਮੈਂ ਕਿਸੇ ਵੀ ਰੂਪ ਦੇ ਵਿੱਚ ਕੇਪੀ ਮੈਂ ਐਡ ਆਨ ਕਰ ਦਿੰਦਾ ਪਾਸੀ ਸਾਹਿਬ, ਮੈਂ ਪਾਸੀ ਸਾਹਿਬ ਐਡ ਆਨ ਕਰ ਦਿੰਦਾ। ਉਹਦੇ ਇੱਕ ਬਲੂੰਗੜਾ ਸ਼ਬਦ ਵੀ ਆਇਆ ਸੀਗਾ ਉਸ ਦੀ ਪੋਲਿਟਿਕਸ ਵਿੱਚ। ਪਾਸੀ ਮੇਰਾ ਸਵਾਲ ਇਹ ਹੈ ਪਾਸੀ ਸਾਹਿਬ, ਇੱਕ ਮਿੰਟ ਸਰ ਸੁਣ ਤਾਂ ਲਓ ਨਾ ਸਰ, ਜੇ ਉਹਨਾਂ ਨੇ ਇਹੋ ਜਿਹੀ ਭਾਸ਼ਾ ਵਰਤੀ, ਕੀ ਤੁਸੀਂ ਉਸੇ ਭਾਸ਼ਾ ਵਿੱਚ ਜਵਾਬ ਦਿਓਗੇ? ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਜਿਹੜੀ ਭਾਸ਼ਾ ਵਰਤੋਗੇ ਉਸੇ ਭਾਸ਼ਾ ਵਿੱਚ ਜਵਾਬ ਮਿਲੂਗਾ ਤੁਹਾਨੂੰ। ਇਹੀ ਹੋਊਗਾ ਹੁਣ ਪੰਜਾਬ ਦੀ ਪੋਲਿਟਿਕਸ ਵਿੱਚ? ਨਹੀਂ ਦੇਖੋ ਕੇਪੀ ਜੀ, ਮੇਰਾ ਆਪਣਾ ਪਰਸਨਲ ਵਿਊ ਕਿਆ ਹੈ ਕਿ ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਹੈ, ਚਾਹੇ ਉਹ ਆਪੋਜੀਸ਼ਨ ਦੇ ਆ ਚਾਹੇ ਰੂਲਿੰਗ ਪਾਰਟੀ ਦੇ ਆ, ਭਾਸ਼ਾ ਤਾਂ ਦੇਖੋ ਲੋਕਾਂ ਨੇ ਸੁਣਨੀ ਹੈ, ਮਰਿਆਦਿਤ ਹੋਵੇ ਤਾਂ ਬਿਹਤਰ ਹੈ। ਪਰ ਮੈਂ ਇੱਕ ਚੀਜ਼ ਦੱਸਦਾ ਕਿ ਭਗਵੰਤ ਮਾਨ ਜੀ ਨੇ ਕਦੇ ਵੀ ਕਿਸੇ ਦੇ ਪਰਿਵਾਰ ਨੂੰ ਲੈ ਕੇ ਕਦੇ ਕੋਈ ਕਮੈਂਟ ਨਹੀਂ ਕੀਤਾ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਨਾਰੰਗ ਸਾਹਿਬ ਕਹਿ ਰਹੇ ਬੀਜੇਪੀ ਦੇ ਲੀਡਰ ਕਦੇ ਨਹੀਂ ਬੋਲਦੇ, ਤੇ ਖੁਦ ਬੰਗਾਲ ਦੇ ਵਿੱਚ ਜਾ ਕੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦੀਦੀ ਤੁਝੇ ਬਗਾਏਂਗੇ, ਤੂੰ ਬਚ ਕੇ ਕਹਾਂ ਜਾਏਗੀ, ਇਹਨਾਂ ਦੇ ਹੀ ਲੀਡਰ ਨੇ ਕਿਹਾ ਸੀ ਗੋਲੀ ਮਾਰੋ। ਅੱਗੇ ਵਰਡ ਕਿਸੇ ਮੈਂ ਯੂਜ਼ ਨਹੀਂ ਕਰਨਾ ਚਾਹੁੰਦਾ, ਮੈਂ ਕੋਈ ਜਾਨਵਰ ਜਾਂ ਮੈਂ ਕੋਈ ਇਹੋ ਜਿਹਾ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ। ਔਰ ਤੀਸਰੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ, ਤੁਸੀਂ ਕਹਿ ਰਹੇ ਹੋ ਮਜਨੂ ਮਾਨ। ਮੰਨ ਲਓ ਭਗਵੰਤ ਮਾਨ ਜੀ ਨੇ ਕਿਹਾ ਕਿ ਮੈਂ ਕ੍ਰਿਕਟ ਦਾ ਫੈਨ ਸੀਗਾ ਸਿੱਧੂ ਸਾਹਿਬ ਦੇ, 1987 ਦੇ ਵਰਲਡ ਕੱਪ ਦੇ ਵਿੱਚ ਜਦੋਂ ਸਿੱਧੂ ਸਾਹਿਬ ਨੇ 50s ਮਾਰੀਆਂ ਸੀ, ਅਸੀਂ ਵੀ ਤਾੜੀਆਂ ਵਜਾਉਂਦੇ ਸੀ। ਲੇਕਿਨ ਕਿਆ ਅਗਰ ਤੁਸੀਂ ਅੱਛੀ ਕ੍ਰਿਕਟ ਖੇਲਦੇ ਸੀ ਤਾਂ ਕਿਆ ਤੁਹਾਨੂੰ ਲਿਮਿਟਲੈਸ ਅਧਿਕਾਰ ਮਿਲ ਗਏ ਕਿ ਤੁਸੀਂ ਕਿਸੇ ਬਾਰੇ ਵੀ, ਕਿਸੇ ਦੇ ਪਰਿਵਾਰ ਬਾਰੇ ਵੀ, ਕਿਸੇ ਦੇ ਐਗਜ਼ਿਸਟੈਂਸ ਬਾਰੇ ਵੀ ਗਲਤ ਬੋਲੋਗੇ? ਅਗਰ ਭਗਵੰਤ ਮਾਨ ਜੀ ਸੀਐਮ ਹੈ ਤਾਂ ਕਿਆ ਲੀਡਰ ਆਫ ਆਪੋਜੀਸ਼ਨ ਦੀ ਪੋਸਟ ਕਨਸਟੀਟਿਊਸ਼ਨਲ ਨਹੀਂ ਹੈ? ਕਿ ਉਹ ਕੈਬਨਿਟ ਰੈਂਕ ਦੇ ਬਰਾਬਰ ਨਹੀਂ ਹੈ? ਕਿ ਉਹਨਾਂ ਨੂੰ ਅਧਿਕਾਰ ਮਿਲ ਗਿਆ ਕਿ ਤੁਸੀਂ ਕਿਸੇ ਦੀ ਆਰਥਿਕਤਾ ਜਾਂ ਕੰਮਕਾਰ ਨੂੰ ਲੈ ਕੇ ਉਹਦੇ ਉੱਤੇ ਗਲਤ ਕਮੈਂਟ ਕਰੋਗੇ?
ਤੁਸੀਂ ਇਹ ਆਸ ਲਾਉਂਗੇ ਵੀ ਤੁਹਾਡੇ ਬੱਚੇ ਤਾਂ ਡੀਐਸਪੀ ਵੀ ਭਰਤੀ ਹੋਣ। ਤੁਸੀਂ ਤਾਂ ਦੋ ਪਾਰਟੀਆਂ 'ਚ ਦੋ ਭਰਾ ਸ਼ਾਮਿਲ ਹੋ ਕੇ ਝੰਡੇ ਇੱਕੋ ਕੋਠੀ ਤੇ ਲਗਾ ਕੇ ਆਪਸ 'ਚ ਸੀਟਾਂ ਦਾ ਤਾਲਮੇਲ ਕਰਕੇ ਕਿਆ ਗੱਲ ਤੁਹਾਡਾ ਜੱਦੀ ਪੁਸ਼ਤੀ ਰਾਜ ਹੈ? ਇਹ ਇਹਨਾਂ ਦੀ ਫਰਸਟ੍ਰੇਸ਼ਨ ਝਲਕ ਰਹੀ ਹੈ। ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਸਾਡੇ ਪਰਿਵਾਰਾਂ ਤੋਂ ਸਿਵਾਏ ਕੋਈ ਹੋਰ ਸੱਤਾ 'ਚ ਕਿਵੇਂ ਆ ਗਿਆ। ਲੋਕਾਂ ਨੇ ਕਿਉਂ ਆਮ ਲੋਕਾਂ ਨੂੰ ਪਾਸੇ ਤੁਸੀਂ ਇਸ ਨੂੰ ਹੀ ਬਦਲਾਅ ਮੰਨਦੇ ਹੋ ਕਿ ਜਿਹੜਾ ਬੰਦਾ ਜਿਹੋ ਜੀ ਭਾਸ਼ਾ ਵਰਤੂਗਾ ਉਸੇ ਭਾਸ਼ਾ ਨੂੰ ਜਵਾਬ ਦੇਵਾਂਗੇ, ਇਹ ਬਦਲਾਅ ਇਸ ਨੂੰ ਮੰਨਦੇ ਹੋ? ਅਸੀਂ ਬਦਲਾਅ ਮੰਨਦੇ ਹਾਂ ਕੇਪੀ ਜੀ ਕਿ ਜਿਹੜੀ ਰਾਜਨੀਤੀ ਹੋਣੀ ਚਾਹੀਦੀ ਹੈ ਵਿਕਾਸ ਦੀ, ਸਿਹਤ ਸਹੂਲਤਾਂ ਦੀ, ਐਜੂਕੇਸ਼ਨ ਦੀ ਹੋਣੀ ਚਾਹੀਦੀ ਹੈ, ਰੋਜ਼ਗਾਰ ਦੀ ਹੋਣੀ ਚਾਹੀਦੀ ਹੈ। ਪਰ ਜਦੋਂ ਤੁਸੀਂ ਇਕੱਠੇ ਮਤਲਬ ਮੈਂ ਇੱਕ ਚੀਜ਼ ਮੈਂ ਸਾਰੇ ਲੀਡਰਾਂ ਦੀ ਨਹੀਂ, ਅੱਜ ਵੀ ਬਹੁਤ ਸਾਰੇ ਲੀਡਰ ਇਹੋ ਜਿਹੇ ਆ ਕੇਪੀ ਜੀ ਜਿਨ੍ਹਾਂ ਦੀ ਭਾਸ਼ਾ ਬੜੀ ਮਰਿਆਦਿਤ ਹੁੰਦੀ ਹੈ ਔਰ ਸਾਰੀ ਪਾਰਟੀਆਂ 'ਚ ਬੈਠੇ ਆ ਉਹ। ਚਲ ਮੈਂ ਇਹਨਾਂ ਦੀ ਪਾਰਟੀਆਂ 'ਚ ਵੀ ਬੈਠਾ। ਠੀਕ ਹਾਂ ਨਾਰਾ ਸਾਹਿਬ ਕੀ ਕਹਿਣਾ ਚਾਹ ਰਹੇ ਹੋ, ਬੋਲੋ। ਜੀ ਮੈਂ ਕਹਿਣਾ ਚਾਹ ਰਿਹਾ ਕਿ ਪਾਸੀ ਜੀ ਜਿਹੜੀ ਗੱਲ ਕਰਦੇ ਨੇ ਇਹਨਾਂ ਨੂੰ ਇਹ ਸਮਝ ਨਹੀਂ ਹੈਗੀ ਕਿ ਜਿਹੜਾ ਮੁੱਖ ਮੰਤਰੀ ਦੇ ਪਦ ਤੇ ਬੈਠਾ ਉਹਨੂੰ ਕੋਈ ਗਰਿਮਾ ਦਾ ਧਿਆਨ ਕਰਨਾ ਚਾਹੀਦਾ। ਇੱਥੇ ਕੋਈ ਚੋਣਾਂ ਦੀ ਕੰਪੇਨ ਨਹੀਂ ਹੋ ਰਹੀ। ਚੋਣਾਂ ਦੀ ਕੰਪੇਨ ਦੇ ਵਿੱਚ ਪੋਲੀਟੀਕਲ ਲੀਡਰ ਭਾਸ਼ਣ ਦਿੰਦੇ ਨੇ। ਇੱਥੇ ਤਾਂ ਸਰਕਾਰ ਤੁਹਾਡੀ, ਏਜੰਸੀਆਂ ਤੁਹਾਡੀਆਂ, ਪੁਲਿਸ ਤੁਹਾਡੀ, ਤੁਸੀਂ ਰੋਜ਼ ਲੋਕਾਂ ਨੂੰ ਧਮਕਾਉਂਦੇ ਹੋ। ਪੁਲਿਸ ਦਾ ਪਰਚਾ ਦਰਜ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਇਹਨੂੰ ਫੜ ਕੇ ਅੰਦਰ ਦੇ ਦਿਓ। ਪੁਲਿਸ ਦੀ ਕੀ ਮਜਾਲ ਆ ਕਿ ਕਾਰਵਾਈ ਨਾ ਕਰੇ? ਤੇ ਥੋੜਾ ਜਿਹਾ ਦੇਖੋ, ਮੈਂ ਫਿਰ ਕਹਿ ਰਿਹਾ ਵਰਡ ਦੁਬਾਰਾ ਕੇਪੀ ਜੀ ਯੂਜ਼ ਕਰੂੰਗਾ, ਸੱਤਾ ਦੇ ਨਸ਼ੇ ਦੇ ਵਿੱਚ ਭਗਵੰਤ ਮਾਨ ਸਾਹਿਬ ਜੀ ਮਦਹੋਸ਼ ਹੋ ਚੁੱਕੇ ਨੇ। ਮਦਹੋਸ਼ ਹੋ ਕੇ ਉਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ ਕੀ ਕਰਨਾ। ਬਸ ਜੋ ਉਹਨਾਂ ਦੇ ਮੂੰਹ 'ਚ ਆ ਰਿਹਾ ਅਨਾਪ ਸ਼ਨਾਪ ਬੋਲੀ ਜਾ ਰਹੇ ਨੇ, ਵਿਰੋਧੀਆਂ ਤੇ ਭਾਸ਼ਣ ਦੇਈ ਜਾ ਰਹੇ ਨੇ। ਸਾਰਾ ਕੁਝ ਉਹਨਾਂ ਨੂੰ ਪਿੱਛੇ ਲਗਾਤਾ। ਕਹਿੰਦੇ ਲੁੱਟ ਦਾ ਹਿਸਾਬ ਕਰ ਲਈਏ, ਇਕੱਠੇ ਬਹਿ ਕੇ ਹੋ ਜਾਓ ਇਕੱਠੇ ਨਾ। ਕਿਉਂ ਨਹੀਂ ਹੁੰਦੇ ਇਕੱਠੇ? ਅੱਜ ਤੱਕ ਇੱਕ ਤਾਂ ਦੱਸ ਦਿਓ ਵੀ ਕਿਹੜਾ ਲੁੱਟ ਦਾ ਪੈਸਾ ਸਵਾ ਸਾਲ 'ਚ ਲਿਆਏ, ਸਵਾਏ ਡਰਾਮੇਬਾਜ਼ੀ ਤੋਂ, ਸਵਾਏ ਨਟੰਕੀ ਤੋਂ। ਜਿਨੇ ਇਹਨਾਂ ਦੇ ਕੇਸ ਬਣਾਏ ਸਾਰੇ ਤੇ ਜ਼ਮਾਨਤਾਂ ਹੋ ਗਈਆਂ। ਹਾਏ ਠੀਕ ਹੈ ਕਿ ਜਿਹੜੇ ਆਪਣੇ ਵਿਧਾਇਕ ਸੀਗੇ ਉਹਨਾਂ ਦੀ ਜ਼ਮਾਨਤਾਂ 15 ਦਿਨ ਮਹੀਨੇ 'ਚ ਹੋ ਗਈਆਂ। ਜਿਹੜੇ ਕਾਂਗਰਸੀਆਂ ਦੇ ਬਣਾਏ ਸੀ ਉਹ 2 ਮਹੀਨੇ ਜ਼ਿਆਦਾ ਲੱਗ ਗਏ। ਇਸ ਤੋਂ ਜ਼ਿਆਦਾ ਫਰਕ ਨਹੀਂ ਆ। ਚਲ ਠੀਕ ਮੈਂ ਮਿਸਟਰ ਖੜਾ ਬੈਠੇ ਨੇ। ਠੀਕ ਹੈ ਨਾਰਾ ਸਾਹਿਬ। ਮਠਾੜੂ ਸਾਹਿਬ ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਆਪਾਂ ਇਕੱਠੇ ਬਹਿ ਕੇ ਜਿਹੜਾ ਹਿਸਾਬ ਆ ਕਰ ਲਈਏ, ਤੇ ਮਠਾੜੂ ਸਾਹਿਬ ਇਸ ਮੁੱਦੇ ਤੇ ਤਾਂ ਸਾਰਿਆਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ। ਜੇ ਭ੍ਰਿਸ਼ਟਾਚਾਰ ਹੋਇਆ ਪੰਜਾਬ 'ਚ, ਜਿਉਂਦੀਆਂ ਫਾਈਲਾਂ ਖੋਲ੍ਹਦੀਆਂ ਪਈਆਂ ਚਿੱਠੀਆਂ ਤੋਂ ਚੱਠੇ ਤੱਕ, ਜਿਹੜਾ ਚੈਲੰਜ ਹੋ ਰਿਹਾ ਕਬੂਲ ਕਰ ਲਓ ਨਾ ਮਠਾੜੂ ਸਾਹਿਬ, ਕੀ ਦਿੱਕਤ ਕੀ ਹੈ? ਏਪੀ ਜੀ ਅਸੀਂ ਕਿੱਦਣ ਮਨਾ ਕੀਤਾ? ਜਿਹੜਾ ਕੋਈ ਇਹਨਾਂ ਨੂੰ ਲੱਗਦਾ ਹੈ ਕਿ ਕਿਸੇ ਨੇ ਕਰਪਸ਼ਨ ਕੀਤੀ ਹੈ, ਗਲਤ ਕੰਮ ਕੀਤਾ ਹੈ, ਉਹਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਕਿਉਂ ਨਹੀਂ ਕਰਦੇ ਔਰ ਉਹਦੇ ਤੋਂ ਰਿਕਵਰੀ ਕਿਉਂ ਨਹੀਂ ਕਰਦੇ? ਇਹ ਪਤਾ ਕੀ ਹੈ ਕੇਪੀ ਜੀ, ਜਿਸ ਤਰ੍ਹਾਂ ਨਾਰੰਗ ਸਾਹਿਬ ਨੇ ਕਿਹਾ ਨਾ ਕਿ 1.5 ਸਾਲ ਦੇ ਵਿੱਚ ਹੁਣੇ ਪਾਸੀ ਸਾਹਿਬ ਕਈ ਤਾਂ ਜਾਂਦੇ ਆ ਐਜੂਕੇਸ਼ਨ ਤੇ ਅਸੀਂ ਗੱਲ ਕਰਦੇ ਆ, ਅਸੀਂ ਹੈਲਥ ਤੇ ਗੱਲ ਕਰਦੇ ਆ। ਇਹਨਾਂ ਨੂੰ ਸ਼ਾਇਦ ਪਤਾ ਨਹੀਂ ਜਿਹੜੀ ਆਯੁਸ਼ਮਾਨ ਯੋਜਨਾ ਜਿਹੜੀ ਹੈਲਥ ਦੀ ਹੈ ਨਾ, ਉਹ ਹੈਲਥ ਵਾਲਾ ਪੈਸਾ ਪਿੱਛੇ ਬੰਦ ਹੋ ਗਿਆ। ਆਯੁਸ਼ਮਾਨ ਯੋਜਨਾ ਦੇ ਵਿੱਚੋਂ ਸਾਰੀਆਂ ਸਰਜਰੀਆਂ ਤੁਸੀਂ ਬਾਹਰ ਕਰਤੀਆਂ। ਨਵਾਂ ਸਕੂਲ ਦੱਸ ਦਿਓ ਕਿਹੜਾ, ਨਵੀਂ ਯੂਨੀਵਰਸਿਟੀ ਦੱਸ ਦਿਓ ਕਿਹੜੀ ਹੈ। ਸੁਧਾਰ ਕੀ ਕੀਤਾ? ਉਹ ਇੱਕ ਆਪਣੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚੋਂ ਵਾਈਸ ਚਾਂਸਲਰ ਨੂੰ ਬੇਇੱਜ਼ਤ ਕਰਕੇ ਹਟਾ ਕੇ ਦਿੱਲੀ ਤੋਂ ਲਿਆ ਕੇ ਨਵਾਂ ਵਾਈਸ ਚਾਂਸਲਰ ਲਾਤਾ। ਤੁਸੀਂ ਤਾਈਓ ਨਵੇਂ ਡਰਾਮੇ ਕਰਦੇ ਹੋ ਕਿ ਤੁਹਾਨੂੰ ਇਹਨਾਂ ਗੱਲਾਂ ਦਾ ਜਵਾਬ ਨਾ ਦੇਣਾ ਪਵੇ। ਜਿਹੜੀ ਗ੍ਰੈਜੂਏਸ਼ਨ ਦੇ ਵਿੱਚ ਪੰਜਾਬੀ ਲਾਜ਼ਮੀ ਯੂਨੀਵਰਸਿਟੀ ਦੇ ਵਿੱਚੋਂ ਹਟਾਈ ਜਾਂਦੇ ਹੋ, ਤੁਸੀਂ ਉਹਦੇ ਤੇ ਗੱਲ ਨਾ ਕੋਈ ਕਰੇ। ਜਿਹੜੇ ਪਾਣੀਆਂ ਦੀ ਹਾਂ ਕਰਕੇ ਆਏ ਹੋ ਉਹਦੇ ਤੇ ਕੋਈ ਗੱਲ ਨਾ ਕਰੇ। ਸੋ ਤੁਸੀਂ ਜਿਹੜਾ ਜੇਲ੍ਹ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਉਹ ਕਿੱਥੋਂ ਹੈ, ਉਹਦੇ ਤੇ ਕੋਈ ਗੱਲ ਨਾ ਕਰੇ। ਤੁਸੀਂ ਐਕਚੁਅਲੀ ਕੀ ਹੈ ਪੰਜਾਬ ਦੇ ਵਿੱਚ ਮੈਨੂੰ ਦੱਸ ਤਾਂ ਦਿਓ, 1.5 ਸਾਲ ਦੇ ਵਿੱਚ, ਸਵਾ ਸਾਲ ਦੇ ਵਿੱਚ ਕਿਹੜਾ ਤੁਸੀਂ ਪ੍ਰੋਜੈਕਟ ਲਾਇਆ, ਕਿਹੜੀ ਤੁਸੀਂ ਡਿਵੈਲਪਮੈਂਟ ਕੀਤੀ, ਕਿਹੜੇ ਸ਼ਹਿਰ ਦੇ ਵਿੱਚ ਇੱਟ ਲਾਈ, ਕਿੱਥੇ ਕੋਈ ਕੰਮ ਕੀਤਾ, ਕਿੱਥੇ ਕੋਈ ਥਰਮਲ ਨਵਾਂ ਲਾਤਾ, ਕਿਹੜਾ ਨਵਾਂ ਯੂਨਿਟ ਬਣਾਤਾ, ਬਿਜਲੀ ਪੂਰੀ ਕਰਨ ਵਾਸਤੇ ਤੁਸੀਂ ਕਿਹੜਾ ਇਨਫਰਾਸਟ੍ਰਕਚਰ ਨਵਾਂ ਬਣਾਤਾ। ਕੰਮ ਤੇ ਤੁਸੀਂ ਕੋਈ ਕਰਿਆ ਨਹੀਂ। ਇਹ ਸਿਰਫ ਸ਼ੇਰੋ ਸ਼ਾਇਰੀ, ਚੁਟਕਲੇਬਾਜ਼ੀ। ਸੋ ਇਹ 'ਚ ਮੁੱਖ ਮੰਤਰੀ ਸਾਹਿਬ ਦਾ ਕੋਈ ਕਸੂਰ ਨਹੀਂ ਹੈ। ਆਪੋਜੀਸ਼ਨਾਂ ਤਾਂ ਕਹਿਣਗੇ ਜਦੋਂ ਉਹੋ ਜਿਹੀ ਭਾਸ਼ਾ ਵਰਤਣਗੇ। ਸੋ ਤੁਸੀਂ ਮੁੱਦੇ ਦੀ ਗੱਲ ਕਰੋ ਨਾ, ਤੁਸੀਂ ਕਹੋ ਬਈ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਜਵਾਬ ਨਹੀਂ। ਮੁੱਖ ਮੰਤਰੀ ਸਾਹਿਬ ਕਹਿਣ ਨਾ ਬਈ ਚਲੋ ਬੋਲੀ ਜਾਂਦੇ ਆ, ਮੈਨੂੰ ਇਹਨਾਂ ਨਾਲ ਫਰਕ ਨਹੀਂ ਪੈਂਦਾ, ਕੰਮ ਦੀ ਗੱਲ ਹੈ। ਮੁੱਖ ਮੰਤਰੀ ਨੇ ਵੀ ਇਹ ਕਿਹਾ ਮਠਾੜੂ ਸਾਹਿਬ ਕਿ ਮੁੱਦਿਆਂ ਦੀ ਗੱਲ ਕਰੋ, ਤੁਸੀਂ ਪਰਿਵਾਰ ਤੱਕ ਪਹੁੰਚੀ ਜਾਂਦੇ ਹੋ। ਮੁੱਖ ਮੰਤਰੀ ਨੇ ਵੀ ਇਹੀ ਗੱਲ ਕਹੀ ਹੈ। ਇਹ ਨਹੀਂ ਕਹੀ ਮੁੱਖ ਮੰਤਰੀ ਨੇ। ਮੁੱਖ ਮੰਤਰੀ ਤਾਂ ਪਹਿਲਾਂ ਚੁਟਕਲੇ, ਜਵਾਬ, ਡੈਰੋਗੇਟਰੀ ਵਰਡਿੰਗ ਯੂਜ਼ ਕਰਕੇ ਉਸ ਤੋਂ ਬਾਅਦ ਕਹਿੰਦੇ ਆ ਕਿ ਮੈਂ ਇਹਨਾਂ ਦੀ ਗੱਲ ਨਾ ਕਰੋ। ਖੁਦ ਗੱਲ ਕਰਦੇ ਆ, ਉਹਨਾਂ ਦੀ ਗੱਲ ਖੁਦ ਕਰਦੇ ਆ, ਕਹਿੰਦੇ ਇਹਨਾਂ ਦੀ ਗੱਲ ਨਾ ਕਰੋ। ਠੀਕ ਮੈਂ ਇੱਕ ਗੱਲ ਕੇਪੀ ਜੀ ਤੁਹਾਨੂੰ ਦੱਸਾਂ, ਕੇਪੀ ਜੀ ਸ਼੍ਰੋਮਣੀ ਅਕਾਲੀ ਦਲ ਚਾਹੇ ਕਾਂਗਰਸ ਆ ਚਾਹੇ ਬੀਜੇਪੀ ਆ, ਦੂਜੀਆਂ ਪਾਰਟੀਆਂ, ਜੇ ਮੁੱਖ ਮੰਤਰੀ ਦੇ ਚਿੱਤ 'ਚ ਵਹਿਮ ਹੋਵੇ ਨਾ ਕਿ ਮੇਰੇ ਜਿਹੜਾ ਹੈਗਾ ਚੁਟਕਲੇਬਾਜ਼ ਜਾਂ ਮੇਰੇ ਜਿਹੜਾ ਲਿਖਾਰੀ ਕੋਈ ਹੋਰ ਪਾਸੇ ਪੰਜਾਬ ਦੇ ਵਿੱਚ ਜੰਮਿਆ ਨਹੀਂ। ਇਹਨਾਂ ਤੋਂ ਵੱਡੇ ਲਿਖਾਰੀ ਤੇ ਵੱਡੇ ਕਟਾਕਸ਼ਰ ਪਏ ਆ। ਉਹ ਕਿਉਂ ਨਹੀਂ ਬੋਲਦੇ? ਉਹ ਇਸ ਕਰਕੇ ਨਹੀਂ ਬੋਲਦੇ ਕਿ ਉਹ ਭਗਵੰਤ ਮਾਨ ਨਹੀਂ ਬਣ ਸਕਦੇ। ਸਾਰਾ ਜਵਾਬ ਹੈਗਾ ਮੇਰੇ ਕੋਲ ਹੀ।
ਮੇਰੀ ਗੱਲਾਂ ਦਾ ਜਵਾਬ ਦੇਣਾ ਮੁੱਖ ਮੰਤਰੀ ਸਾਹਿਬ, ਮੈਂ ਦੱਸ ਦਿੰਦਾ ਇਹਨਾਂ ਨੂੰ। ਠੀਕ ਹੈ ਖੜਿਆਲ ਸਾਹਿਬ 1 ਮਿੰਟ ਤੁਹਾਡੇ ਕੋਲ, ਕਿਰਪਾ ਕਰਕੇ ਆਪਣੀ ਗੱਲ ਬੋਲੋ। ਧੰਨਵਾਦ ਜੀ। ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਨੇ ਅੱਜ ਆਪਦੇ ਆਪ ਨੂੰ ਇਹ ਡਿਬੇਟ ਦੇ ਵਿੱਚ ਐਕਸਪੋਜ਼ ਕਰ ਲਿਆ। ਕਿਵੇਂ ਪੁੱਛੋਗੇ ਕੇਪੀ ਜੀ? ਉਹ ਐ ਕੀਤਾ, ਇੱਕ ਪਾਸੇ ਕਹਿ ਰਹੇ ਡੈਫਾਮੇਟਰੀ ਡੈਰੋਗੇਟਰੀ ਹੈ ਵੀ ਸੀਐਮ ਸਾਹਿਬ ਦਾ ਅਪਮਾਨ ਕਰਤਾ, ਦੂਜੇ ਪਾਸੇ ਇਹਨਾਂ ਨੂੰ ਕਿਹਾ ਵੀ ਡੈਫਾਮੇਟਰੀ ਜੇ ਹੈਗੀ ਹੈ ਸਟੇਟਮੈਂਟ, ਕੋਰਟ 'ਚ ਕਿਉਂ ਨਹੀਂ ਜਾ ਰਹੇ? ਉਹਦਾ ਕੋਈ ਜਵਾਬ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਸਿਰਫ ਰਾਜਨੀਤੀਕਰਨ ਕਰਨਾ ਜਾਣਦੀ ਹੈ, ਐਕਸ਼ਨ ਲੈਣਾ ਨਹੀਂ ਜਾਣਦੀ। ਦੂਜੀ ਗੱਲ, ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਟਾਈਮ ਸੀਗਾ ਸਟੇਜ ਤੇ, ਸੀਐਮ ਸਾਹਿਬ ਕੋਲੇ ਟਾਈਮ ਸੀਗਾ, ਇਸ਼ੂਜ਼ ਨੂੰ ਐਡਰੈਸ ਨਹੀਂ ਕੀਤਾ, ਪਰਸਨਲ ਕਮੈਂਟਸ ਨੂੰ ਐਡਰੈਸ ਕੀਤਾ ਤੇ ਪਰਸਨਲ ਕਮੈਂਟਸ ਪਾਸ ਕੀਤੇ। ਇੱਥੋਂ ਪਤਾ ਲੱਗਦਾ ਕਿੰਨੇ ਸੀਰੀਅਸ ਨੇ। ਤੀਜੀ ਗੱਲ, ਸਾਨੂੰ ਉਦੋਂ ਕੋਈ ਦਿੱਕਤ ਨਹੀਂ ਸੀ ਜਦੋਂ ਭਗਵੰਤ ਮਾਨ ਸਾਹਿਬ ਐਮਪੀ ਸੀ, ਬੜੇ ਸਟੇਟਮੈਂਟਸ ਦਿੱਤੀਆਂ ਉਹਨਾਂ ਨੇ ਤੇ ਹਰ ਪ੍ਰਕਾਰ ਦੀ ਸਟੇਟਮੈਂਟ ਦਿੱਤੀ, ਪਰ ਉਦੋਂ ਆਪੋਜੀਸ਼ਨ ਪਾਰਟੀ ਦੇ ਵਿੱਚ ਸੀਗੇ, ਇੱਕ ਐਮਪੀ ਸੀ, ਇੱਕ ਐਮਪੀ ਸੀਐਮ ਦੇ ਨਾਲ ਕੋਈ ਕੰਪੈਰੀਜ਼ਨ ਨਹੀਂ ਹੋ ਸਕਦਾ, ਕਿਉਂਕਿ ਸੀਐਮ ਪੂਰੇ ਸੂਬੇ ਦੀ ਆਵਾਜ਼ ਹੈ। ਜੋ ਕਹਿੰਦੇ ਹੈ ਉਹ ਸੂਬੇ ਦੀ ਇਮੇਜ ਨੂੰ, ਛਵੀ ਨੂੰ ਰਿਫਲੈਕਟ ਕਰਦਾ ਹੈ ਤੇ ਅੱਜ ਇਹ ਛਵੀ ਪੰਜਾਬ ਦੀ ਆ ਕਨਵੇ ਹੋਈ ਹੈ ਤੇ ਉਹ ਸੀਐਮ ਸਾਹਿਬ ਨੇ ਕਿਹਾ। ਤੀਜੀ ਗੱਲ ਕੇਪੀ ਜੀ ਇਹ ਹੈ ਕਿ ਮਿਨਿਸਟਰ ਸਾਹਿਬ ਨੇ ਵੀ, ਇਹਨਾਂ ਦੇ ਜਿਹੜੇ ਮਿਨਿਸਟਰਸ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਦਲਿਤ ਇਸ਼ੂ ਨੂੰ ਲੈ ਕੇ ਵੀ ਕਾਂਗਰਸ ਦਲਿਤ ਵਿਰੋਧੀ ਹੈ, ਤੇ ਭਗਵੰਤ ਮਾਨ ਸਾਹਿਬ ਨੇ ਅੱਜ ਬਿਆਨ ਦਿੱਤਾ, ਇਹ ਵੀ ਬਿਆਨ ਦਿੱਤਾ ਗਿਆ ਵੀ ਉਹ ਸਾਰੇ ਇਕੱਠੇ ਕਿਉਂ ਹੋਏ। ਦੋਵਾਂ ਚੀਜ਼ਾਂ ਦੇ ਜਵਾਬ ਦਊਂਗਾ 30 ਸੈਕਿੰਡ ਦੇ ਵਿੱਚ। ਪਹਿਲਾਂ ਤਾਂ ਸਾਰੇ ਇਕੱਠੇ ਕਿਉਂ ਹੋਏ? ਸਿਰਫ ਦਿੱਲੀ ਆਰਡੀਨੈਂਸ ਇਸ਼ੂ ਹੈ, ਮੀਡੀਆ ਸਪਰੈਸ਼ਨ ਕੋਈ ਇਸ਼ੂ ਨਹੀਂ ਹੈ। ਜੇ ਨਹੀਂ ਹੈ ਤਾਂ ਤੁਸੀਂ ਬੀਜੇਪੀ ਬਾਰੇ ਬਿਆਨ ਦਿੱਤਾ ਸੀਗਾ ਵੀ ਮੀਡੀਆ ਨੂੰ ਆਰਮ ਟਵਿਸਟ ਕਰ ਰਹੇ ਹੋ, ਬਿਆਨ ਵਾਪਸ ਲੈ ਲਓ। ਜੇ ਇਕੱਠੇ ਹੋਣਾ ਕਾਜ਼ ਪਿੱਛੇ ਗਲਤ ਹੈ ਤਾਂ ਦਿੱਲੀ ਆਰਡੀਨੈਂਸ ਤੇ ਕਾਂਗਰਸ ਤੋਂ ਸਮਰਥਨ ਮੰਗਿਆ, ਮਮਤਾ ਜੀ ਤੋਂ ਮੰਗਿਆ, ਸ਼ਰਦ ਪਵਾਰ ਜੀ ਤੋਂ ਮੰਗਿਆ, ਸ਼ਰਦ ਪਵਾਰ ਤੋਂ ਆਪਣੇ ਠਾਕਰੇ ਸਾਹਿਬ ਤੋਂ ਮੰਗਿਆ, ਵਾਪਸ ਲੈ ਲਓ ਤੇ ਆਪਦੇ ਦੋਹਰੇ ਮਾਪਦੰਡ ਕਬੂਲ ਕਰ ਲਓ। ਦਲਿਤ ਵਿਰੋਧੀ ਦੀ ਗੱਲ ਹੈ ਜਿਹੜੀ, ਮੈਂ ਦੱਸਦਾ ਦਲਿਤ ਵਿਰੋਧੀ ਕੌਣ ਹੈ, ਜਿਨ੍ਹਾਂ ਨੇ ਕਿਹਾ ਵੀ ਅਸੀਂ ਡਿਪਟੀ ਸੀਐਮ ਦਲਿਤ ਬਣਾਵਾਂਗੇ। 15 ਮਹੀਨੇ ਹੋ ਗਏ, ਬਣਾਉਣਾ ਤਾਂ ਦੂਰ ਦੀ ਗੱਲ ਹੈ, ਜ਼ਿਕਰ ਨਹੀਂ ਕੀਤਾ। ਤੇ ਜੇ ਪਾਸੀ ਸਾਹਿਬ ਕਹਿਣ ਨਾ ਵੀ 5 ਸਾਲ ਹੁੰਦੇ ਆ, ਤਾਂ 15 ਮਹੀਨੇ ਦਲਿਤ ਭਾਈਚਾਰੇ ਤੋਂ ਜਿਹੜੀ ਰਿਪਰੈਜ਼ੈਂਟੇਸ਼ਨ ਉਹਨਾਂ ਨੂੰ ਮਿਲ ਸਕਦੀ ਸੀ ਉਹ ਤੁਸੀਂ ਖੋਲੀ। ਸੋ ਮਾਫੀ ਮੰਗੋ ਵੀ ਤੁਸੀਂ ਧੋਖਾ ਦਿੱਤਾ, ਝੂਠ ਬੋਲਿਆ, ਤੇ ਦੂਜੀ ਗੱਲ ਦੀ ਮਾਫੀ ਮੰਗੋ ਵੀ ਕਟਾਰੂ ਚੱਕ ਸਾਹਿਬ ਤੇ ਜਿਹੜੇ ਇਲਜ਼ਾਮ ਲੱਗੇ ਆ ਉਹ ਦਲਿਤ ਭਾਈਚਾਰੇ ਦੇ ਸਾਡੇ ਭਰਾ ਤੇ ਜਿਹੜੇ ਉਹ ਸੈਕਸ਼ੂਅਲ ਮਿਸਕੰਡਕਟ ਤੇ ਉਹਨਾਂ ਨੇ ਐਲੀਗੇਸ਼ਨ ਲਾਏ ਕਟਾਰੂ ਚੱਕ ਸਾਹਿਬ ਤੇ, ਸਾਡੇ ਭਰਾ ਨੇ ਲਾਏ, ਉਹ ਵਿਅਕਤੀ ਦੇ ਖਿਲਾਫ, ਕਟਾਰੂ ਚੱਕ ਸਾਹਿਬ ਦੇ ਖਿਲਾਫ ਤੁਸੀਂ ਕੋਈ ਐਕਸ਼ਨ ਨਹੀਂ ਲਿਆ। 3 ਲੈਟਰਸ ਗਵਰਨਰ ਸਾਹਿਬ ਤੋਂ ਆ ਗਏ, 3 ਨੋਟਿਸਸ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲਡ ਕਾਸਟ ਤੋਂ ਆ ਗਏ, ਉਹਦੀ ਮਾਫੀ ਮੰਗੋ। ਉਹ ਤੇ ਪੀਸੀ ਨਹੀਂ ਕਹਿੰਦੇ ਨੇ ਮੁੱਦਿਆਂ ਦੀ ਰਾਜਨੀਤੀ ਕਰੋ, ਤਾਂ ਫਿਰ ਐਕਸ਼ਨ ਲੈਂਦੀ ਕਿਉਂ ਨਹੀਂ ਪਈ ਆਮ ਆਦਮੀ ਪਾਰਟੀ? ਲਾਸਟ ਚੀਜ਼ ਇਹਨਾਂ ਨੇ ਬਾਜਵਾ ਸਾਹਿਬ ਦੀ ਗੱਲ ਕੀਤੀ। ਬਾਜਵਾ ਸਾਹਿਬ ਦਾ ਬਿਆਨ ਕਿਸੇ ਪਰਸਨਲ ਵਿਅਕਤੀ ਬਾਰੇ ਨਹੀਂ ਸੀਗਾ ਜਾਂ ਕਿਸੇ ਸਮਾਜ ਬਾਰੇ। ਬਾਜਵਾ ਸਾਹਿਬ ਦਾ ਕਹਿਣਾ ਇਹ ਹੈ ਕਿ ਦਲਿਤ ਭਾਈਚਾਰਾ ਸਾਡਾ ਕਰਾਊਨ ਹੈ, ਸਾਡਾ ਤਾਜ ਹੈ। ਤੇ ਦੂਜੀ ਗੱਲ ਉਹਨਾਂ ਨੇ ਸਿਰਫ ਇਹ ਕਿਹਾ ਸੀ ਕਿ ਜਿਹੜੇ ਵਿਅਕਤੀ ਨੇ ਸਾਈਕਲ ਤੇ ਆਉਣਾ ਤੇ ਅਗਲੇ ਦਿਨ ਫੋਰਚੂਨਰ ਤੇ ਆਉਣਾ, ਉਹਦੇ ਨਾਲੋਂ ਬੈਟਰ ਹੈ ਕਿ ਜਾਂ ਤਾਂ ਤੁਸੀਂ ਸਿੱਧਾ ਹੀ ਫੋਰਚੂਨਰ ਤੇ ਆਈ ਚੱਲੋ, ਮਰਸੀਡੀਜ਼ ਤੇ ਆਈ ਚੱਲੋ। ਲੇਕਿਨ ਜੇ ਪਹਿਲੇ ਦਿਨ ਸਾਈਕਲ ਤੇ ਆ ਜਾਂਦੇ ਹੋ, ਦੂਜੇ ਫੋਰਚੂਨਰ ਤੇ, ਤਾਂ ਘੱਟੋ ਘੱਟ 6 ਮਹੀਨੇ ਦਾ ਟਪਾ ਲਿਆ ਕਰੋ। ਤੇ ਇਹਨਾਂ ਦੇ ਸਪੋਕਸਪਰਸਨ ਨੇ ਚੱਲਦੀ ਡਿਬੇਟ 'ਚ ਗੱਲ ਕਹੀ ਸੀਗੀ, ਦਈਆ ਸਾਹਿਬ ਨੇ, ਐਮਐਲਏ ਸਾਹਿਬ ਨੇ, ਕਹਿੰਦੇ ਉਸ ਦਿਨ ਸਹੁੰ ਚੱਕਣੀ ਸੀਗੀ ਤਾਂ ਉਹ ਸਾਈਕਲ ਤੇ ਆਏ ਸੀਗੇ। ਸੋ ਇੱਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਧਾਰਨਾ ਕੀ ਹੈ ਸੋਚ ਕੇ। ਤੇ ਜਿੱਥੋਂ ਤੱਕ ਬ੍ਰੇਕ ਦੀ ਗੱਲ ਹੈ ਕੇਪੀ ਜੀ, ਮੈਂ ਉਮੀਦ ਕਰਦਾ ਕਿ ਪਹਿਲੇ ਗੇਅਰ ਦੇ ਵਿੱਚ ਹੀ ਨਾ ABS ਬ੍ਰੇਕ ਲਾਇਆ ਕਰੀ ਆਪਾਂ। ਕੋਈ ਜ਼ਰੂਰੀ ਪੁਆਇੰਟ ਹੁੰਦੇ ਉਹਨੂੰ ਬੋਲਣ ਦਾ ਮੌਕਾ। ਚਲੋ ਠੀਕ ਹੈ, ਛੋਟਾ ਜਿਹਾ ਬ੍ਰੇਕ ਲੈਣੇ ਆ, ਬ੍ਰੇਕ ਤੋਂ ਵਾਪਸ ਆਵਾਂਗੇ। ਬ੍ਰੇਕ ਤਾਂ ਪੰਜਾਬ ਦੇ ਇਸ਼ੂਸ ਤੇ ਲੱਗੀ ਪਈ ਹੈ, ਮੈਨੂੰ ਚਿੰਤਾ ਇਸੇ ਗੱਲ ਦੀ ਹੈ, ਇਸ ਕਰਕੇ ਮੈਂ ਸੋਚਦਾ ਬ੍ਰੇਕ ਲੈ ਕੇ ਸ਼ਾਇਦ ਇਹ ਪੋਲੀਟੀਸ਼ੀਅਨ ਸਹੀ ਰਾਹ ਤੇ ਆ ਜਾਣ। ਵਾਪਸ ਆ ਰਿਹਾ। ਉਹ ਸਿਆਣੇ ਨੇ ਕਿਹਾ ਸਾਰੇ ਜਾਨਵਰ ਨਦੀ ਦੀ ਘਾਟ ਤੇ ਇੱਕੋ ਥਾਵੇਂ ਇੱਕੋ ਕਿਨਾਰੇ ਤੇ ਇਕੱਠੇ ਹੋ ਕੇ ਪਾਣੀ ਪੀਣ ਲੱਗ ਜਾਣ, ਇਹਦਾ ਮਤਲਬ ਪਰਲੇ ਪਾਸੇ ਸ਼ੇਰ ਖੜਾ ਹੈ। ਸ਼ੇਰ ਕੌਣ ਹੈ? ਸ਼ੇਰ 3.5 ਕਰੋੜ ਜਨਤਾ ਹੈ ਪੰਜਾਬ ਦੀ, ਉਹ ਖੜੇ ਨੇ ਪੂਰੇ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ, ਪੰਜਾਬ ਦੀ ਪੋਲਿਟਿਕਸ ਅੱਜ ਕੱਲ੍ਹ ਕਿਹੜੀ ਪਿੱਚ ਤੇ ਖੇਡ ਰਹੀ ਹੈ? ਪਾਸੀ ਸਾਹਿਬ, ਜੋ ਮਿਸਟਰ ਖੜਿਆਲ ਨੇ ਸਵਾਲ ਚੁੱਕੇ ਆ, 1 ਮਿੰਟ ਵਿੱਚ ਜਵਾਬ ਦੇ ਦਿਓ। 1 ਮਿੰਟ ਤੋਂ 1 ਸੈਕਿੰਡ ਵੀ ਵੱਧ ਨਹੀਂ ਮਿਲੂਗਾ, ਮੇਰੀ ਗੁਜ਼ਾਰਿਸ਼ ਹੈ ਮਿਸਟਰ ਪਾਸੀ। ਕੇਪੀ ਜੀ ਰਿਕੁਐਸਟ ਐਨੀ ਹੁੰਦੀ ਹੈ ਕਿ ਜਿੰਨਾ ਖੜਿਆਲ ਸਾਹਿਬ ਨੂੰ ਟਾਈਮ ਦਿਓ ਉਹਨਾਂ ਕਿ ਸਾਨੂੰ ਵੀ ਦੇ ਦਿਆ ਕਰੋ, ਕਿਉਂਕਿ ਫਿਰ ਨਾ ਖੜਿਆਲ ਸਾਹਿਬ ਬਹੁਤ ਕੁਝ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ, ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦੇ ਆ। ਤੁਹਾਡਾ ਤਰੀਕਾ ਬਹੁਤ ਵਧੀਆ ਹੈ ਵੀ ਹੋਸਟ ਨੂੰ ਵਾਰ-ਵਾਰ ਟਾਰਗੇਟ ਕਰੀ ਚੱਲੋ, ਟਾਈਮ ਲਈ ਚੱਲੋ, ਉਹ ਨਹੀਂ ਮਿਲਣਾ। ਸੁਣ ਲਓ ਹੁਣ, ਪਾਸੀ ਸਾਹਿਬ ਬੋਲੋ, ਮੈਨੂੰ ਪਤਾ ਸਰ ਸਾਰੇ ਸਰ ਜਿਹੜਾ ਕਰਦੇ ਰਹਿੰਦੇ, ਮੈਨੂੰ ਪਤਾ। ਬੋਲੋ ਸਰ। ਮੇਰੀ ਸੁਣ ਲਓ, ਬਾਜਵਾ ਸਾਹਿਬ ਦੀ ਵਰਡਿੰਗ ਹੀ ਚੇਂਜ ਕਰਤੀ। ਬਾਜਵਾ ਸਾਹਿਬ ਨੇ ਕਲੀਅਰ ਕੱਟ ਇੱਕ ਸਪੈਸੀਫਿਕ ਐਮਐਲਏ ਨੂੰ ਟਾਰਗੇਟ ਕੀਤਾ ਕਿ ਇੱਕ ਮੋਬਾਈਲ ਰੀਚਾਰਜ ਕਰਨ ਵਾਲਾ ਆ ਕੇ ਬੈਠ ਗਿਆ। ਇਹ ਕਿੱਦਾਂ ਦੇ ਲੋਕ ਆ ਕੇ ਅਸੈਂਬਲੀ ਦੇ ਵਿੱਚ ਬੈਠ ਗਏ? ਇਹ ਕੀ ਸੀ? ਇਹਨਾਂ ਦੀ ਮੈਂਟੈਲਿਟੀ ਦੱਸਦੀ ਹੈ, ਇਹਨਾਂ ਦੀ ਫਰਸਟ੍ਰੇਸ਼ਨ ਦੱਸ ਰਹੀ ਹੈ। ਦੂਜੀ ਚੀਜ਼, ਅੱਜ ਸਿੱਧੂ ਸਾਹਿਬ ਦੀ ਗੱਲ ਕਰਦੇ ਆ, ਤੁਹਾਡੇ ਰਾਹੁਲ ਗਾਂਧੀ ਜੀ ਨੂੰ ਪੱਪੂ ਨਾਮ ਦੇਣ ਵਾਲੇ ਸਿੱਧੂ ਜੀ ਹੈ।
ਕਾਂਗਰਸ ਨੂੰ ਮੁੰਨੀ ਤੋਂ ਬਦਨਾਮ ਕਹਿਣ ਵਾਲੇ ਆ। ਕਦੀ ਕਹਿੰਦੇ ਸੀ ਪੱਪੂ, ਕਦੀ ਕਹਿੰਦੇ ਸੀ ਇੱਥੇ ਨਾ ਦੋ, ਉਹ ਵੀ ਡੈਫਾਮੇਸ਼ਨ ਹੈ। ਮੈਂ ਰਿਕੁਐਸਟ ਕਰਦਾ, ਕਾਨੂੰਨ ਦੀ ਉਲੰਘਣਾ ਕਰ ਰਹੇ ਹੋ। ਕਦੀ ਕਹਿੰਦੇ ਬਾਸੀ ਸਾਹਿਬ ਡੈਫਾਮੇਸ਼ਨ ਹੈ। ਸੁਣ ਲਓ, ਬਾਸੀ ਸਾਹਿਬ ਇਹ ਡੈਫੇਮੇਟਰੀ ਕਹਿ ਰਹੇ ਆ, ਤੁਹਾਡੇ ਇਹਨਾਂ ਸ਼ਬਦਾਂ ਨੂੰ ਡੈਫੇਮੇਟਰੀ ਕਹਿ ਰਹੇ ਆ। ਬਿਲਕੁਲ ਇਹਨਾਂ ਦੇ ਸਿੱਧੂ ਸਾਹਿਬ ਨੇ ਕਿਹਾ ਸੀ ਰੈਪੀਟੇਸ਼ਨ ਡੈਫਾਮੇਸ਼ਨ ਹੈ। ਕਰ ਲੋ ਡੈਫਾਮੇਸ਼ਨ ਸਿੱਧੂ ਸਾਹਿਬ ਤੇ। ਮੈਂ ਕਹਿੰਦਾ ਰੈਪੀਟੇਸ਼ਨ ਡੈਫਾਮੇਸ਼ਨ ਹੈ। ਇਹਨਾਂ ਨੇ ਕਿਹਾ ਇਹ ਗੱਲ ਤੁਸੀਂ ਕਾਨੂੰਨ ਨੂੰ ਜਾਣਦੇ ਹੋ ਤਾਂ ਸਮਝਦੇ ਹੋਵੋਗੇ। ਤੁਸੀਂ ਜਿਹੜਾ ਕਾਂਗਰਸ ਨੇ ਅਗਰ ਕਿਤੇ ਪ੍ਰੈਸ ਦੀ ਬਾਹ ਮਰੋੜੀ ਹੈ, ਪ੍ਰੈਸ ਨੂੰ ਸਪਰੈਸ ਕੀਤਾ, ਤਾਂ ਐਮਰਜੈਂਸੀ 'ਚ ਯਾਦ ਕਰ ਲਓ ਕਾਂਗਰਸ ਨੇ ਕੀ ਕੀਤਾ ਸੀ। ਲੇਟੈਸਟ ਅਗਰ ਬੀਜੇਪੀ ਦੇਖਣਾ ਹੈ ਤਾਂ ਰਵਿਸ਼ ਕੁਮਾਰ ਦੀ ਜੌਬ ਖਾਈ ਗਈ ਹੈ, ਇਹਨੂੰ ਕਹਿੰਦੇ ਆ। ਔਰ ਜਿਹੜਾ ਉਹ ਮੁੱਦਾ ਸੀ ਉਹ ਕਰਪਸ਼ਨ ਦਾ ਸੀ, ਉਹ ਪ੍ਰੈਸ ਨੂੰ ਦਬਾਉਣ ਦਾ ਨਹੀਂ ਸੀ। ਸਰ ਪ੍ਰੈਸ ਨੂੰ ਸਪਰੈਸ ਕਰਨ ਵਾਲੇ ਸਰ ਮੇਰੇ ਕੋਲੇ ਬਹੁਤ ਵੱਡੀ ਚਿੱਠੀ ਹੈ ਸਰ, ਕਿਰਪਾ ਕਰਕੇ ਨਾ ਤੁਸੀਂ ਉਸ ਮੁੱਦੇ ਚੁਲ ਜਾਓ। ਸਾਰੀਆਂ ਹੀ ਪਾਰਟੀਆਂ ਫਿਰ ਤੁਸੀਂ ਕਹੋਗੇ ਸਾਡੀ ਗੱਲ ਹੀ ਨਹੀਂ ਕਰਦੇ, ਮੈਂ ਮੀਡੀਆ ਦੀ ਗੱਲ ਲੈ ਕੇ ਬਹਿ ਗਿਆ। ਸਰ ਜੇ ਮੈਂ ਉੱਥੇ ਚਲਾ ਗਿਆ ਨਾ ਸਰ, ਤੁਸੀਂ ਸਾਰੇ ਘੇਰੇ ਚ ਆ ਜਾਓਗੇ ਸਰ। ਮੈਂ ਓਪਨਲੀ ਕਹਿ ਰਿਹਾ ਸਰ, ਓਪਨਲੀ ਕਹਿ ਰਿਹਾ ਸਰ। ਮਾਫ ਕਰਨਾ ਪਾਸੀ ਸਾਹਿਬ, ਮਾਫ ਕਰਨਾ, ਮੈਨੂੰ ਨਾ ਲੈ ਕੇ ਜਾਓ ਉਧਰ ਸਰ। ਮੈਂ ਕੱਲੇ ਕੱਲੇ ਨਾਮ ਗਿਣਾ ਦੂੰਗਾ ਸਰ, ਕਿਰਪਾ ਕਰਕੇ ਪਾਸੀ ਸਾਹਿਬ। ਮੈਂ ਸਾਰੀ ਪਾਰਟੀਆਂ ਨੂੰ ਤਕਲੀਫ ਕਰਦਾ। ਚਲੋ ਫਿਰ ਪ੍ਰੈਸ ਤੇ ਆਪਾਂ, ਮੈਂ ਤਾਂ ਕਹਿੰਦਾ ਰੱਖੋ ਕਿਸੇ ਦਿਨ ਪ੍ਰੈਸ ਤੇ ਵੀ। ਮੈਂ ਪ੍ਰੈਸ ਤੇ ਡਿਬੇਟ ਕਰ ਲੂੰਗਾ ਸਰ, ਜਵਾਬ ਨਹੀਂ ਹੋਣੇ ਤੁਹਾਡੇ ਸਾਰੇ ਕੋਲੇ। ਮੈਂ ਕਹਿ ਰਿਹਾ ਸਰ, ਮੈਂ ਤਾਂ ਖੁਦ ਚਾਹਨਾ ਕੇਪੀ ਜੀ ਕਿ ਜਿਨ੍ਹਾਂ ਨੇ ਵੀ ਗਲਤ ਕੀਤਾ ਉਹ ਬਿਨਾਂ ਜਵਾਬ ਲੈਸ ਹੋ ਜਾਣ। ਚਲੋ ਠੀਕ ਆ ਬਸ। ਹੁਣ ਰੁਕ ਜਾਓ ਸਰ, 1 ਮਿੰਟ ਤੋਂ ਜ਼ਿਆਦਾ ਲੈ ਗਏ ਤੁਸੀਂ। ਮੈਨੂੰ ਪਤਾ ਵਕੀਲ ਹੋ ਸਰ, ਵਕਤ ਲੈ ਜਾਂਦੇ ਹੋ ਤੁਸੀਂ। ਲਕੇਸ਼ ਨਾਰਾਇਣ ਸਾਹਿਬ 1 ਮਿੰਟ ਤੁਹਾਡੇ ਕੋਲ। ਨਾਰਾਇਣ ਸਾਹਿਬ ਮੈਨੂੰ ਇੱਕ ਚੀਜ਼ ਦੱਸ ਦਿਓ। ਨਾਰਾਇਣ ਸਾਹਿਬ ਆਪਾਂ ਸਰ ਡਿਬੇਟ ਕਰਨ ਆਉਂਦੇ ਆ ਸਰ, ਕੋਈ ਇਸ਼ੂਜ਼ ਹੋਣ ਸਰ, ਪੰਜਾਬ ਦੇ ਲੋਕ ਪੰਜਾਬੀ ਜਿੱਥੇ ਦੇਸ਼ ਵਿੱਚ ਬੈਠੇ ਆ ਸਰ, ਉਹ ਇੰਤਜ਼ਾਰ ਕਰਦੇ ਰਹਿੰਦੇ ਆ ਵੀ ਆਉਣਗੇ 4 ਮਹਿਮਾਨ 5 ਮਹਿਮਾਨ ਆਉਣਗੇ, ਕੋਈ ਚੰਗੀ ਗੱਲ ਕਰਨਗੇ। ਨਾਰਾਇਣ ਸਾਹਿਬ ਮੈਨੂੰ ਤਾਂ ਆਪ ਅਫਸੋਸ ਹੋ ਰਿਹਾ ਕਿ ਮੇਰੇ ਮੂੰਹੋਂ ਵੀ ਸ਼ਬਦ ਨਿਕਲ ਰਹੇ ਆ, ਉਹ ਐਡ ਕਰ ਰਿਹਾ ਮੈਂ ਵੀ ਪੁਰਾਣੇ ਵੇਲੇ 'ਚ ਕੈਪਟਨ ਸਾਹਿਬ ਕੀ ਕਹਿੰਦੇ ਸੀ, ਬਾਦਲ ਸਾਹਿਬ ਕੀ ਕਹਿੰਦੇ ਸੀ। ਨਾਰਾਇਣ ਸਾਹਿਬ ਆਪਾਂ ਸਰ ਅੱਜ ਦੀ ਗੱਲ ਹੀ ਨਹੀਂ ਕਰਦੇ ਵੀ ਪੰਜਾਬ ਕਿੱਥੇ ਖੜਾ। ਨਾਰਾਇਣ ਸਾਹਿਬ ਜੀ ਆਪਾਂ ਇੱਕ ਚੀਜ਼ ਨੂੰ ਸਮਝੀਏ ਕਿ ਤੁਹਾਨੂੰ ਇਹ ਡਿਬੇਟ ਕਰਨ ਲਈ ਮਜਬੂਰ ਕਿਉਂ ਹੋਣਾ ਪੈਂਦਾ ਪਿਆ, ਕਿਉਂਕਿ ਬਹੁਤ ਪੰਜਾਬ ਦੇ ਭਖਦੇ ਇਸ਼ੂ ਨੇ ਜਿਨ੍ਹਾਂ ਤੇ ਗੱਲ ਹੋਣੀ ਚਾਹੀਦੀ ਹੈ। ਪਰ ਭਗਵੰਤ ਮਾਨ ਸਾਹਿਬ ਕਿਉਂਕਿ ਬਾਕੀ ਮਸਲਿਆਂ ਤੋਂ ਭੱਜਣਾ ਚਾਹੁੰਦੇ ਨੇ, ਔਰ ਮਠਾਰੂ ਸਾਹਿਬ ਨੇ ਡਿਟੇਲ 'ਚ ਦੱਸਿਆ, ਮੈਂ ਤਾਂ ਇੱਕ ਲਾਈਨ 'ਚ ਖਤਮ ਕਰ ਦੂੰਗਾ ਕਿ ਜਵਲੰਤ ਮਸਲਿਆਂ ਤੋਂ ਭੱਜਣਾ ਚਾਹੁੰਦੇ ਨੇ, ਇਸ ਲਈ ਰੋਜ਼ ਕੋਈ ਸ਼ਗੂਫਾ ਛੱਡ ਦਿੰਦੇ ਨੇ। ਜਦੋਂ ਸ਼ਗੂਫਾ ਛੱਡ ਦਿੰਦੇ ਨੇ ਉਸ ਤੇ ਚਰਚਾ ਲਾਜ਼ਮੀ ਹੋ ਜਾਂਦੀ ਆ। ਇਹ ਵੀ ਉਹਨਾਂ ਦੀ ਇੱਕ ਮੈਨੇਜਮੈਂਟ ਆ, ਮੈਂ ਇਹਨੂੰ ਮੀਡੀਆ ਮੈਨੇਜਮੈਂਟ ਨਹੀਂ ਕਹੂੰਗਾ। ਨਾਰਾਇਣ ਸਾਹਿਬ ਕਹਿ ਲਓ, ਕੋਈ ਦਿੱਕਤ ਨਹੀਂ, ਮੈਨੂੰ ਕਹਿ ਲਓ। ਉਹ ਆਪੇ ਸੁਣ ਲੈਣਗੇ, ਜਿਹੜੇ ਮੀਡੀਆ ਮੈਨੇਜਮੈਂਟ ਹੋ ਰਿਹਾ ਨਾ ਉਹ ਆਪੇ ਸੁਣ ਲੈਣਗੇ ਸਰ। ਬੋਲੋ ਤੁਸੀਂ। ਮੈਂ ਤੁਹਾਨੂੰ ਕਹਿ ਰਿਹਾ ਇਹ ਵੀ ਉਹਨਾਂ ਦੀ ਇੱਕ ਮੈਨੇਜਮੈਂਟ ਆ ਕਿ ਜਿਹਦੇ ਨਾਲ ਉਹ ਲੋਕਾਂ ਦਾ ਧਿਆਨ ਦੂਜੇ ਪਾਸੇ ਚੈਨਲਾਂ ਤੇ ਲੈ ਜਾਂਦੇ ਨੇ ਕਿ ਜਿਵੇਂ ਲੋਕਾਂ ਨੂੰ ਲੱਗਦਾ ਜਿਵੇਂ ਸਰਕਾਰ ਤਾਂ ਮਸਲਾ ਹੀ ਕੋਈ ਨਹੀਂ ਹੈਗਾ ਯਾਰ, ਇਹ ਤਾਂ ਫਜ਼ੂਲ ਦੀਆਂ ਗੱਲਾਂ ਕਰੀ ਜਾਂਦੇ ਨੇ, ਵੱਲੋਂ ਸਰਕਾਰ ਤਾਂ ਠੀਕ ਹੀ। ਮੇਰੇ ਕੋਲ ਇੱਕ ਬਿਆਨ ਪਿਆ ਨਾਰਾਇਣ ਸਾਹਿਬ, ਮੈਨੂੰ ਪੜਨ ਲੱਗੇ ਤਕਲੀਫ ਹੋ ਰਹੀ ਹੈ। ਸਿੱਧੂ ਸਾਹਿਬ ਬਾਰੇ ਬੋਲਿਆ ਕਿ ਲੈਣ ਦੇਣ ਦੇ ਸੂਟ ਵਰਗਾ ਕਾਂਗਰਸ ਨੇ ਖੋਲਿਆ, ਹੁਣ ਲਿਫਾਫੇ 'ਚ ਨਹੀਂ ਪੈਂਦਾ। ਦੱਸੋ ਮੈਂ ਤਾਂ ਡਿਬੇਟ ਕਰਾਂ ਸਰ। ਸਰ ਇਹ ਤਾਂ ਹੁਣ ਭਗਵੰਤ ਮਾਨ ਸਾਹਿਬ ਨੂੰ ਤੁਸੀਂ ਪੁੱਛੋ ਕਿਹੋ ਜਿਹੇ ਸ਼ਬਦਾਂ ਦਾ ਪ੍ਰਯੋਗ ਕਰਦੇ ਨੇ। ਆਪਾਂ ਨੂੰ ਵੀ ਇਹ ਚਾਹੀਦਾ ਕਿ ਇਹ ਜਿੱਦਾਂ ਦੇ ਇਹਨਾਂ ਨੇ ਤਾਂ ਰੋਜ਼ ਬੋਲਣਾ, ਕਿਉਂਕਿ ਮੁੱਖ ਮੰਤਰੀ ਰੋਕੂਗਾ ਕੌਣ ਰੋਕੂਗਾ? ਉਹ ਭਾਵੇਂ ਜਿਵੇਂ ਮਰਜ਼ੀ ਬੋਲੇ, ਸਵੇਰੇ ਉੱਠਦੇ ਬੋਲੇ, ਸ਼ਾਮ ਨੂੰ ਸੌਣ ਲੱਗੇ। ਮੈਨੂੰ ਲੱਗਦਾ ਸਰ ਤੁਸੀਂ ਆਲ ਪਾਰਟੀ ਮੀਟਿੰਗ ਦੀ ਗੱਲ ਕਰਦੇ ਹੋ ਸਰ। ਇਹ ਜਿਹੜੇ ਸ਼ਬਦ ਵਰਤੇ ਜਾ ਰਹੇ ਨੇ ਇਹਦੇ ਤੇ ਆਲ ਪਾਰਟੀ ਮੀਟਿੰਗ ਦੀ ਡਿਮਾਂਡ ਕਿਉਂ ਨਹੀਂ ਕਰਦੇ ਵੀ ਭਾਈ ਰਲ ਮਿਲ ਕੇ ਆਪਾਂ ਪੰਜਾਬ ਦੇ ਏਜੰਡੇ ਦੀ ਗੱਲ ਕਰੀਏ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ, ਘਰ ਵਾਲੀਆਂ ਨੂੰ ਪਰਿਵਾਰਾਂ ਨੂੰ ਸਰ ਬਾਹਰ ਰੱਖੀਏ ਇਹਨਾਂ ਚੀਜ਼ਾਂ ਤੋਂ। ਲੇਕਿਨ ਸਾਹਿਬ ਇਹਦੇ ਮੁੱਦੇ ਤੇ ਹੋਣੀ ਚਾਹੀਦੀ ਆਲ ਪਾਰਟੀ ਮੀਟਿੰਗ ਜੀ। ਜੋ ਪੰਜਾਬ ਦੇ ਵਿੱਚ ਹੋ ਰਿਹਾ, ਜੋ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ, ਸਾਰਾ ਪੰਜਾਬ ਦੇਖ ਰਿਹਾ। ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਕਿ ਸਾਰੇ ਦੌਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਇੱਕ ਵਿਕਲਪ ਬਣ ਕੇ ਨਿਕਲੇਗੀ। ਚਲੋ ਤੁਸੀਂ ਆਪਦਾ ਬਦਲਾਅ ਲੱਭ ਲਿਆ ਵਿੱਚੋਂ। ਠੀਕ ਹੈ ਸਰ। ਨਾਰਾਇਣ ਸਾਹਿਬ ਤੁਸੀਂ ਕਹਿ ਸਕਦੇ ਹੋ ਗੱਲ ਸਰ, ਤੁਹਾਡੀ ਪੋਲੀਟੀਕਲ ਪਾਰਟੀ ਹੈ, ਤੁਹਾਡਾ ਹੱਕ ਬਣਦਾ। ਹਾਂ ਮਠਾੜੂ ਸਾਹਿਬ 1 ਮਿੰਟ ਹੈ ਤੁਹਾਡੇ ਕੋਲ, ਫਟਾਫਟ ਬੋਲਿਓ ਪਲੀਜ਼। ਕੇਪੀ ਜੀ ਮੈਂ ਇੱਕ ਗੱਲ, ਪਾਸੀ ਸਾਹਿਬ ਸਾਡੇ ਭਰਾ, ਵੱਡੇ ਭਰਾ, ਮੈਂ ਇੱਕ ਗੱਲ ਪੁੱਛਣੀ ਚਾਹਾਂਗਾ। ਮੈਂ ਸਾਰੀ ਗੱਲ ਇਹਨਾਂ ਦੀ ਮੰਨ ਗਿਆ। ਮੰਨ ਲਓ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਿੱਧੂ ਸਾਹਿਬ ਨੇ ਕੁਝ ਬੋਲਤਾ, ਬਾਜਵਾ ਸਾਹਿਬ ਨੇ ਕੁਝ ਬੋਲਤਾ, ਉਹਨਾਂ ਦੀ ਰਿਪਲਾਈ 'ਚ ਉਹਨਾਂ ਨੇ ਉਹਨੂੰ ਕਹਿਤਾ, ਚਲੋ ਗੁੱਸੇ 'ਚ ਕਹਿਤਾ ਜਾਂ ਜਿਵੇਂ ਮਰਜ਼ੀ ਉਹਨਾਂ ਦਾ ਅੰਦਾਜ਼ ਹੈ, ਉਹਨੇ ਕਹਿਤਾ। ਮੈਨੂੰ ਇੱਕ ਗੱਲ ਦੱਸ ਦੇਣ ਪਾਸੀ ਸਾਹਿਬ ਕਿ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਭਗਵੰਤ ਮਾਨ ਸਾਹਿਬ ਨੂੰ ਕਿਹਾ ਸੀ ਕੁਝ, ਜਾਂ ਉਹਨਾਂ ਨੇ ਕੁਝ ਬੋਲਿਆ, ਜਾਂ ਪ੍ਰੈਸ ਦੇ ਵਿੱਚ ਕਿਤੇ ਅਖਬਾਰ ਦੇ ਵਿੱਚ ਉਹਨਾਂ ਦੇ ਬਾਰੇ ਲਿਖਿਆ? ਅੱਜ ਉਹਨਾਂ ਨੇ ਉਹਨਾਂ ਬਾਰੇ ਵੀ ਗੱਲ ਇਹੀ ਕਹੀ ਜਿਹੜੀ ਸਿੱਧੂ ਸਾਹਿਬ ਬਾਰੇ ਕਹੀ ਨਾ, ਕਹਿੰਦੇ ਜਿਹੜੇ ਵਾਸਤੇ ਇਕੱਠੇ ਹੋਏ ਸੀ, ਹਮਦਰਦੀ 'ਚ ਇਕੱਠੇ ਹੋਏ ਸੀ, ਹਮਦਰਦ ਵਾਸਤੇ, ਉਹਨਾਂ ਦੇ ਵੀ ਕਰੇ ਨਾ ਕਟਾਕਸ਼। ਇੱਕ ਸੀਨੀਅਰ ਬੰਦਾ, ਜਿਹੜੇ ਬੰਦੇ ਨੇ ਪੰਜਾਬ ਵਾਸਤੇ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਕੀਤਾ, ਪੰਜਾਬ ਦੀ ਸੇਵਾ ਕੀਤੀ, ਪੰਜਾਬੀ ਦੀ ਸੇਵਾ ਕੀਤੀ, ਔਰ ਕਦੇ ਕਿਸੇ ਨੂੰ ਡੈਰੋਗੇਟਰੀ ਵਰਡ, ਕਿਸੇ ਪ੍ਰਤੀ ਕਦੇ ਸ਼ਬਦਾਵਲੀ ਯੂਜ਼ ਨਹੀਂ ਕੀਤੀ। ਹਾਲਾਂਕਿ ਤੁਸੀਂ ਰੇਡਾਂ ਪਵਾਈ, ਉਹਨਾਂ ਦੀਆਂ ਐਡਸ ਬੰਦ ਕੀਤੀਆਂ,
ਉਹਨਾਂ ਦੇ ਇਸ਼ਤਿਹਾਰ ਬੰਦ ਕੀਤੇ, ਉਹਨਾਂ ਨੂੰ ਵਿਜੀਲੈਂਸ ਦੇ ਵਿੱਚ, ਫਿਰ ਵੀ ਉਹਨਾਂ ਨੇ ਕਦੇ ਆਪਣੀ ਜ਼ੁਬਾਨ ਚੋਂ ਮੰਦਾ ਸ਼ਬਦ ਨਹੀਂ ਬੋਲਿਆ। ਉਹਦੇ ਵਾਸਤੇ ਤੁਸੀਂ ਉਹਦਾ ਜਵਾਬ ਦਿਓਗੇ ਕਿ ਉਹਨਾਂ ਨੂੰ ਜਿਹੜੀ ਡੈਰੋਗੇਟਰੀ ਵਾਰਡਿੰਗ ਭਗਵੰਤ ਮਾਨ ਜੀ ਨੇ ਬੋਲੀ, ਉਹਨਾਂ ਦਾ ਮਠਾੜੂ ਸਾਹਿਬ ਤੁਹਾਡਾ ਜਵਾਬ ਪੂਰਾ ਹੋ ਗਿਆ, ਤੁਹਾਡਾ ਜਵਾਬ ਪੂਰਾ ਹੋ ਗਿਆ ਸਰ, ਤੁਹਾਡਾ ਜਵਾਬ, ਕਿਸੇ ਨੂੰ ਵੀ ਨਹੀਂ ਛੱਡਦੇ। ਤੁਹਾਡਾ ਟਾਈਮ ਹੋ ਗਿਆ ਸਰ। ਮੇਰਾ ਸਵਾਲ ਹੈ ਕਿ ਜਿਹੜਾ ਇਸ਼ਤਿਹਾਰਾਂ ਵਾਲਾ ਮੁੱਦਾ ਤੁਸੀਂ ਚੁੱਕਿਆ ਨਾ ਮਠਾੜੂ ਸਾਹਿਬ, ਜੇ ਇਸ਼ਤਿਹਾਰਾਂ ਤੇ ਵੀ ਮੈਂ ਡਿਬੇਟ ਕਰੂੰਗਾ ਨਾ ਸਰ, ਚਾਰੇ ਪਾਰਟੀਆਂ ਤੁਹਾਡੇ ਕੋਲ ਫਿਰ ਜਵਾਬ ਨਹੀਂ ਹੋਣਾ। ਕਿਰਪਾ ਕਰਕੇ ਨਾ ਉਧਰ ਜਾਓ ਸਰ, ਮੈਨੂੰ ਨਾ ਮਜਬੂਰ ਕਰੋ। ਖੜਿਆਲ ਸਾਹਿਬ 1 ਮਿੰਟ ਪਲੀਜ਼ ਜੀ। ਗੱਲ ਪੂਰੀ ਦੇਖੋ, ਕਰੋ। ਨਾ ਤਾਂ ਇਹ ਤੋਂ ਪਹਿਲਾਂ ਕੋਈ ਮੁੱਖ ਮੰਤਰੀ ਸਾਹਿਬ ਰਹੇ ਹੈ ਜਿਨ੍ਹਾਂ ਨੇ ਇਹ ਪਰਸਨਲ ਕਮੈਂਟਸ ਇਹ ਜੇ ਕੀਤੇ ਹੋਣ, ਇਸ ਮੈਗਨੀਟਿਊਡ ਦੇ ਕੀਤੇ ਹੋਣ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਬਦਲਾਵ ਦੀ ਗੱਲ ਕੀਤੀ ਸੀ, ਉਹ ਬਦਲਾਵ ਅਸੀਂ ਅੱਜ ਦੇਖ ਲਿਆ ਸਰਕਾਰ ਦਾ। ਦੂਜੀ ਗੱਲ ਇਹ ਹੈ ਕਿ ਕੇਪੀ ਜੀ ਤੁਸੀਂ ਗੱਲ ਕਹੀ ਕਿ ਇਹ ਡੈਫਾਮੇਟਰੀ ਹੈ ਬਿਆਨ ਕਿ ਨਹੀਂ, ਤੁਸੀਂ ਪਾਸੀ ਸਾਹਿਬ ਨੂੰ ਪੁੱਛ ਰਹੇ ਸੀਗੇ ਇਹ ਡੈਫਾਮੇਟਰੀ ਹੈ ਕਿ ਨਹੀਂ। ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਬੋਲ ਨਹੀਂ ਸਕੀ, ਲੇਕਿਨ ਇੱਕ ਡੈਫਾਮੇਟਰੀ ਬਿਆਨ ਨੂੰ ਰਿਪੀਟ ਕਰਨਾ ਆਪਦੇ ਆਪ ਦੇ ਵਿੱਚ ਡੈਫਾਮੇਸ਼ਨ ਹੁੰਦੀ ਹੈ। ਤੇ ਇੱਥੇ ਪਾਸੀ ਸਾਹਿਬ ਨੇ ਰਿਪੀਟ ਕੀਤੇ ਬਿਆਨ ਤੇ ਹੋਰਾਂ ਕੁਝ ਲੋਕਾਂ ਨੇ ਕੀਤੇ। ਮੈਂ ਉਮੀਦ ਕਰਦਾ ਹਾਂ ਕਿ ਆਪਾਂ ਕਾਨੂੰਨ ਨੂੰ ਸਮਝਾਂਗੇ ਤੇ ਕਾਨੂੰਨ ਦੀ ਰਿਸਪੈਕਟ ਕਰਾਂਗੇ। ਤੀਜੀ ਗੱਲ ਇਹ ਹੈ ਇੱਕ ਦੂਜੇ ਤੇ ਡੈਫੇਮੇਸ਼ਨ ਦਾ ਨਹੀਂ ਪਾਉਣੀ, ਇਹ ਸਰਕਾਰ ਇੱਕ ਦੂਜੇ ਤੇ ਡੈਫੇਮੇਸ਼ਨ ਦਾ ਨਹੀਂ ਪਾਉਣੀ, ਸੌਰੀ ਇੱਕ ਦੂਜੇ ਤੇ ਡੈਫੇਮੇਸ਼ਨ ਦਾ ਨਹੀਂ ਪਾਉਣੀ। ਇਹ ਗੱਲ ਤੇ ਡਿਬੇਟ ਕਰਕੇ ਪਹਿਲਾਂ ਆਪਾਂ ਨੂੰ ਅਨਨੈਸੈਸਰੀਲੀ ਵੈਲਿਊ ਦੇ ਰਹੇ ਹਾਂ, weight ਐਡ ਕਰ ਰਹੇ ਹਾਂ। ਇਹ ਤੇ ਜੇ ਡੈਫੇਮੇਸ਼ਨ ਮੈਂ ਕੇਸ ਪਾਤਾ ਤੇ ਮੈਂ ਇਸ ਗੱਲ ਨੂੰ ਹੋਰ ਵੈਲਿਊ ਐਡੀਸ਼ਨ ਨਹੀਂ ਕਰਨਾ ਚਾਹੁੰਦਾ। ਜੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਕਿਸੇ ਚੀਜ਼ ਦਾ ਜਿਹੜੀ ਦਾ weight ਨਾ ਹੋਵੇ, ਭਾਰ ਨਾ ਹੋਵੇ, ਖੋਖਲੀ ਹੋਵੇ, ਉਹ ਗੱਲ ਨੂੰ ਇਗਨੋਰ ਕਰੀਦਾ ਹੁੰਦਾ। ਇਗਨੋਰੈਂਸ ਕਰ ਦਿਓ ਇਗਨੋਰ, ਫਿਰ ਖਤਮ ਕਰੀਏ ਗੱਲ ਆਪਾਂ। ਕਰਤਾ ਜੀ, ਤੁਸੀਂ ਬੁਲਾਇਆ ਨਾ ਡਿਬੇਟ ਤੇ, ਨਾ ਬੁਲਾਉਂਦੇ। ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਇੱਕ ਪ੍ਰੈਸੀਡੈਂਟ ਸੈੱਟ ਕੀਤਾ ਹੈ ਕਿ ਮੁੱਖ ਮੰਤਰੀ ਸਾਹਿਬ ਇਹ ਜੇ ਬਿਆਨਾਂ ਦੇ ਰਹੇ ਹੈ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਇੱਕ ਗੱਲ ਕਹੂੰਗਾ ਕਿ ਜੇ ਵਾਕਈ ਇਸ਼ੂ ਦੀ ਗੱਲ ਕਰਦੇ ਹੋ ਨਾ, ਇੱਕ ਪਾਸੇ ਵੀ ਇਸ਼ੂ ਦੀ ਰਾਜਨੀਤੀ ਕਰੋ, ਡਿਬੇਟ ਕਰੋ, ਮਸਲੇ ਡਿਸਕਸ ਕਰੋ, ਤਾਂ ਮਸਲੇ ਤੁਹਾਡੇ ਕੋਲੇ ਪਾਵਰ ਹੈ, ਸਰਕਾਰ ਹੈ, ਕਿਉਂ ਨਹੀਂ ਐਡਰੈਸ ਕਰ ਰਹੇ? ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕੇਸ ਨਹੀਂ ਕਰ ਸਕੀ, ਅੱਜ ਆਪਦੇ ਆਪ ਨੂੰ ਐਕਸਪੋਜ਼ ਕਰ ਲਿਆ, ਕਹਿ ਤਾਂ ਦਿੱਤਾ। ਚਲੋ ਵਕਤ ਇੰਨਾ ਹੀ ਹੈ। ਮੈਨੂੰ ਇਹ ਲੱਗਦਾ ਇਸ ਡਿਬੇਟ ਵਿੱਚੋਂ ਹਜੇ ਇਹਨਾਂ ਨੂੰ ਔਨ 에ਅਰ ਹੀ ਰੱਖਿਓ ਸਾਰਿਆਂ ਨੂੰ। ਮੈਨੂੰ ਇਹ ਲੱਗਦਾ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆਪਦੇ ਆਪਦੇ ਲੀਡਰਾਂ ਨੂੰ ਜਾ ਕੇ ਸ਼ਾਬਾਸ਼ ਦੇਣਗੇ, ਭਾਈ ਖਿੱਚੀ ਚੱਲੋ ਕੰਮ। ਇਹ ਹੁਣ ਜੋ ਮਰਜ਼ੀ ਕਹਿ ਲੈਣ ਤੁਹਾਡੇ ਸਾਹਮਣੇ, ਮੈਂ ਸਾਹਮਣੇ ਹੀ ਕਹਿ ਰਿਹਾ, ਪਿੱਛੋਂ ਸ਼ਾਇਦ ਇੱਕ ਦੂਜੇ ਦੇ ਭਾਸ਼ਣ ਸੁਣ ਕੇ ਹੱਸਦੇ ਵੀ ਹੋਣਗੇ। ਬਹੁਤ ਧੰਨਵਾਦ ਮਿਸਟਰ ਖੜਿਆਲ ਤੁਹਾਡਾ, ਪਾਸੀ ਸਾਹਿਬ ਤੁਹਾਡਾ, ਮਠਾੜੂ ਸਾਹਿਬ ਤੁਹਾਡਾ, ਨਾਰੰਗ ਸਾਹਿਬ ਤੁਹਾਡਾ ਬਹੁਤ ਧੰਨਵਾਦ। ਪਰ ਕੁੱਲ ਮਿਲਾ ਕੇ ਸਵਾਲ ਇਹ ਹੈ ਕਿ ਪੰਜਾਬ ਨੂੰ ਕੀ ਹਾਸਲ ਹੋ ਰਿਹਾ ਇਹਨਾਂ ਬਿਆਨਬਾਜ਼ੀਆਂ ਤੋਂ। ਮੈਂ ਮਾਫੀ ਮੰਗਦਾ ਤੁਹਾਡੇ ਸਾਰਿਆਂ ਤੋਂ ਕਿ ਇਹੋ ਜਿਹੀਆਂ ਬਿਆਨਬਾਜ਼ੀਆਂ ਤੇ ਸਾਨੂੰ ਡਿਬੇਟ ਕਰਨੀ ਪੈ ਰਹੀ ਹੈ, ਪਰ ਸਵਾਲ ਤੁਹਾਡੇ ਹੈ, ਉਹ ਤੁਹਾਡੇ ਚੁੱਕਦੇ ਰਵਾਂਗੇ। ਪਰ ਜੇ ਸਵਾਲ ਇਸ ਸਿਆਸਤ ਤੇ ਅੱਜ ਚੁੱਕੇ ਜਾਣ ਤੇ ਸ਼ਾਇਦ ਮਰਿਆਦਾ ਭੰਗ ਕਰਨ ਦੀ ਕੋਈ ਕੋਰ ਕਸਰ ਨਹੀਂ ਛੱਡੀ ਜਾ ਰਹੀ। ਬਾਕੀ ਤੁਸੀਂ ਖੁਦ ਸਿਆਣੇ ਹੋ, ਕਿਉਂਕਿ ਤੁਸੀਂ ਆ ਜਿਹੜਾ ਤੁਹਾਡੇ ਕੋਲੇ ਤਾਕਤ ਹੈ ਕਿ ਵੋਟ ਤੁਸੀਂ ਕਿਹੜੀ ਪਾਰਟੀ ਨੂੰ ਦੇਣੀ ਹੈ, ਕਿਹੜੀ ਧਿਰ ਨੂੰ ਦੇਣੀ ਹੈ, ਕਿਹੜੇ ਮੁੱਦਿਆਂ ਤੇ ਦੇਣੀ ਹੈ। ਵੋਟਾਂ ਮੁੱਕੀਆਂ ਨਹੀਂ ਹੈਗੀਆਂ ਗਿਆ। ਸਾਰੇ ਲੀਡਰਾਂ ਨੂੰ ਧਿਆਨ ਨਾਲ ਸੁਣਿਆ ਕਰੋ, ਤੁਹਾਡੀ ਗੱਲ ਕਿੰਨੀ ਕਰਦੇ ਆ। ਬਹੁਤ ਧੰਨਵਾਦ।